ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਦਰ ਕਰੋ ਮਹਾਰਾਜ, ਕਿਰਪਾ ਕਰ ਦਿਓ, ਸ਼ਬਦ ਦੇ ਦਰਸ਼ਨ ਬਖਸ਼ ਦਿਓ ਮਹਾਰਾਜ। ਆਪ ਦੀ ਕਿਰਪਾ ਨਦਰ ਹਜ਼ੂਰੀ ਰਹੇ ਸਾਹਿਬ ਜੀ। ਵਾਹਿਗੁਰੂ ਜੀ, ਗੁਰੂ ਖਾਲਸਾ ਜੀ। ਕੱਲ੍ਹ ਅਸੀਂ ਗੁਰੂ ਨਾਨਕ ਸਾਹਿਬ ਦੀ ਹੈ ਜਪਜੀ ਸਾਹਿਬ ਦੇ ਦਰਸ਼ਨ ਕਰਦੇ ਹੋਏ ਜੇ ਜੁਗ ਚਾਰੇ ਦੇ ਵਿਚਾਰ ਕੀਤੀ ਸੀ। ਸਾਹਿਬ ਬ੍ਰਹਮ ਗਿਆਨ ਦੀ ਗੱਲ, ਦੁਨੀਆ ਦੀ ਸੱਤ ਦੀ ਗੱਲ, ਦੁਨੀਆ ਵਿੱਚ ਸੱਚ ਲੱਭਣ ਦੀ ਵਿਧੀ, ਮੈਥਡ, ਦੁਨੀਆ ਵਿੱਚ ਜਿਹੜੀ ਉਲਝਣਾਂ ਨੇ, ਕਨਫਿਊਜ਼ਨਸ ਨੇ, ਦੁਨੀਆ ਦੇ ਝੂਠ ਤੋਂ ਪਾਰ ਕਿਵੇਂ ਜਾਣਾ ਹੈ, ਇਹਦੀ ਵਿਚਾਰ ਜਪਜੀ ਸਾਹਿਬ ਵਿੱਚ ਬੜੀ ਡੂੰਘਾਈ ਨਾਲ ਖੋਲ੍ਹਦੇ ਹਨ। ਜਿਹੜੀ ਚੀਜ਼ ਅਧਿਆਤਮ ਦੀ, ਸਪਿਰਿਚੁਅਲਿਟੀ ਦੀ ਰੈਲੇਵੈਂਸ ਰੱਖਦੀ ਹੈ, ਉਹ ਸਾਰੇ ਸੰਸਾਰ ਦੀ ਦੁਨੀਆ ਵਿੱਚ ਹਰ ਜਣੇ ਲਈ ਰੈਲੇਵੈਂਟ ਹੈ। ਇਹ ਮੈਟਰ ਨਹੀਂ ਕਰਦਾ ਉਹ ਕਿਹੜੇ ਧਰਮ ਦਾ ਹੈ, ਕਿਹੜੀ ਭਾਸ਼ਾ ਬੋਲਦਾ ਹੈ, ਕਿਹੜੇ ਰੰਗ ਰੂਪ ਦਾ ਹੈ, ਕਿੱਥੇ ਰਹਿੰਦਾ ਹੈ। ਮਹਾਰਾਜ ਨੇ ਸਾਨੂੰ ਇੱਕ ਓਂਕਾਰ ਦੇ ਲੜ ਲਗਾਇਆ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਓਂਕਾਰ ਹੈ ਹਰ ਇੱਕ ਵਾਸਤੇ। ਇਹ ਸਭ ਦੀ ਰਿਐਲਿਟੀ ਹੈ। ਇਸ ਇੱਕ ਐਨਰਜੀ ਤੋਂ, ਇੱਕ ਸਪੇਸ ਤੋਂ, ਇੱਕ ਕਾਰਨ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ ਔਰ ਉਸ ਇੱਕ ਦੇ ਪਸਾਰੇ ਵਿੱਚ ਹੀ ਅਸੀਂ ਸਭ ਚੱਲਦੇ ਹਾਂ। ਜਿਹੜੇ ਯੂਨੀਵਰਸਲ ਟਰੁਥਸ ਹੁੰਦੇ ਹੈ, ਜਿਸ ਨੂੰ ਅਸੀਂ ਕਹਿ ਲਈਏ ਸੱਤ ਦੇ ਦਰਸ਼ਨ, ਜਿਵੇਂ ਜਪਜੀ ਸਾਹਿਬ ਸੱਤ ਦੇ ਦਰਸ਼ਨ ਹਨ। ਸੱਤ ਦਾ ਭਾਵ ਕੀ ਹੈ? ਹਮੇਸ਼ਾ ਰੈਲੇਵੈਂਟ ਹੈ, ਹਮੇਸ਼ਾ ਇੱਕ ਹੀ ਤਰ੍ਹਾਂ ਦਾ ਹੈ, ਕਦੇ ਬਦਲੇਗਾ ਨਹੀਂ ਔਰ ਕਿਸੇ ਸਮੇਂ ਨਾਲ, ਕਿਸੇ ਸਥਾਨ ਨਾਲ ਜਾਂ ਕਿਸੇ ਕਾਰਨ ਕਰਕੇ ਉਹ ਚੇਂਜ ਨਹੀਂ ਹੋਏਗਾ। ਇਹ ਜਿਹੜੀ ਰੈਵਲੇਸ਼ਨਸ ਨੇ, ਜਿਹੜੀ ਗੁਰੂ ਨਾਨਕ ਸਾਹਿਬ ਨੂੰ ਰਿਵੀਲ ਹੋਈਆਂ, ਉਹਨਾਂ ਨੇ ਦਰਜ ਕਰਕੇ ਜਪਜੀ ਸਾਹਿਬ ਵਿੱਚ ਕੰਪਾਈਲ ਕੀਤੀਆਂ ਤਾਂ ਕਿ ਜਿਗਿਆਸੂ ਜਨ, ਵਨ ਹੂ ਇਜ਼ ਸਰਚਿੰਗ, ਉਹਦੀ ਬਾਂਹ ਫੜੀ ਜਾ ਸਕੇ, ਉਹਨੂੰ ਸਪੋਰਟ ਕੀਤਾ ਜਾ ਸਕੇ। ਦੁਨੀਆ ਦੀ ਜਿਹੜੀ ਬਣਤ ਹੈ, ਉਹਦੇ ਵਿੱਚ ਇੰਦਰੀਆਂ, ਸੈਂਸਿਸ ਜਿਹੜੇ ਨੇ, ਇਹ ਸਾਡਾ ਟੂਲ ਹੈ ਦੁਨੀਆ ਵਿੱਚ ਵਿਚਰਨ ਵਾਸਤੇ। ਸਾਡੀ ਸੋਚ ਵੀ ਟੂਲ ਹੈ, ਸਾਡਾ ਸਿਆਣਪ ਵੀ ਇੱਕ ਟੂਲ ਹੈ, ਪਰ ਇਹ ਟੂਲ ਇੱਕ ਸੀਮਤ ਦਾਇਰੇ ਵਿੱਚ ਰੈਲੇਵੈਂਸ ਰੱਖਦਾ ਹੈ ਔਰ ਇਹ ਗਿਆਨ ਸਾਨੂੰ ਕਿਸੇ ਕਿਤਾਬ ਵਿੱਚ ਨਹੀਂ ਮਿਲਦਾ, ਸਾਨੂੰ ਕਿਸੇ ਕੋਰਸ ਕਰਕੇ ਨਹੀਂ ਸਮਝ ਆਏਗਾ ਕਿ ਮੇਰੀ ਮਨ ਦੀ ਬਣਤ ਕੀ ਹੈ, ਵਾਟ ਇਜ਼ ਦ ਨੇਚਰ ਆਫ ਮਾਈਂਡ। ਔਰ ਇਹ ਮਨ ਨੂੰ ਨਾ ਜਾਣਨ ਕਰਕੇ ਮੈਂ ਸਾਰੀ ਉਲਝਣ ਵਿੱਚ ਪੈ ਜਾਂਦਾ। ਮੈਨੂੰ ਨਹੀਂ ਸਮਝ ਆਉਂਦਾ ਕਿ ਇੱਥੇ ਕਦੇ ਮੈਂ ਆਪਣੇ ਆਪ ਨੂੰ ਦੇਖਦਾ ਹਾਂ ਅਤੇ ਮੈਂ ਬਹੁਤ ਅੱਛਾ ਲੱਗਦਾ ਹਾਂ। ਕੁਝ ਸਮੇਂ ਬਾਅਦ ਉਸੇ ਆਪ ਨੇ ਆਪ ਨੂੰ ਦੇਖਦਾ ਹਾਂ ਅਤੇ ਮੈਨੂੰ ਬਹੁਤ ਘਬਰਾਹਟ ਹੁੰਦੀ ਹੈ ਕਿ ਮੈਂ ਗੁੱਸਾ ਕਰ ਜਾਂਦਾ ਹਾਂ, ਮੈਂ ਆਪਾ ਖੋ ਜਾਂਦਾ ਹਾਂ। ਕਦੇ ਆਪਣੇ ਆਪ ਨੂੰ ਦੇਖਦਾ ਹਾਂ ਅਤੇ ਬੜਾ ਦਿਆਲ ਪੁਰਸ਼ ਹੈ, ਲੋਕਾਂ ਦੀ ਸੇਵਾ ਵਿੱਚ ਲੱਗਿਆ ਹੈ,
ਕਦੇ ਉਸੇ ਥੋੜ੍ਹੇ ਸਮੇਂ ਨਾਲ ਦੇਖਦਾ ਵਾਂ ਤੇ ਈਰਖਾ ਵਿੱਚ ਵੀ ਹੈ, ਮੇਰਾ ਮਨ ਉਲਝਿਆ ਹੋਇਆ ਹੈ। ਕਦੇ ਆਪਣੇ ਆਪ ਨੂੰ ਦੇਖਦਾ ਵਾਂ ਤੇ ਬੜੀ ਵੱਡੀ ਉੱਚੀ ਵਿਚਾਰ ਕਰਦਾ ਹੈ ਧਰਮ ਬਾਰੇ। ਕਦੇ ਆਪਣੇ ਆਪ ਨੂੰ ਦੇਖਦਾ ਵਾਂ ਤੇ ਇਹ ਕਿਸੇ ਕਾਮ ਵਿੱਚ ਵੀ ਫਸ ਜਾਂਦਾ ਹੈ। ਮੈਂ ਹਾਂ ਕਹਾਂ, ਇਹ ਕਿਹੜਾ ਮੈਂ ਠੀਕ ਹੈ? ਇਹ ਮੇਰੇ ਦੇ ਕਈ ਰੂਪ ਨੇ, ਔਰ ਇਹ ਬਦਲਦੇ ਰੂਪ ਵਿੱਚੋਂ ਕਿਹੜਾ ਸੱਤ ਮੇਰਾ ਹੈ? ਮੈਂ ਕਿਸ ਨੂੰ ਕਹਾਂ ਕਿ ਇਹ ਮੇਰਾ ਅਸਲ ਰੂਪ ਹੈ? ਕਿਉਂਕਿ ਮੇਰਾ ਮਨ ਤਾਂ ਬੜੀ ਚੇਂਜਿੰਗ ਸਿਚੁਏਸ਼ਨ 'ਚੋਂ ਨਿਕਲਦਾ ਹੈ, ਇੱਕੋ ਦਿਨ ਵਿੱਚ ਕਿਤਨੀ ਲਹਿਰਾਂ 'ਚੋਂ ਨਿਕਲ ਜਾਂਦਾ ਹੈ। ਮੈਂ ਕੌਣ ਹਾਂ? ਮੈਂ ਕਿਸ ਦੇ ਭਰੋਸਾ ਰੱਖਾਂ? ਕਿਉਂਕਿ ਮਨ ਕੋਲ ਐਨਰਜੀ ਵੀ ਬੜੀ ਹੈ। ਮੇਰੇ ਰੋਕਦੇ ਰੋਕਦੇ ਵੀ ਇਹ ਮੈਨੂੰ ਡੋਲ ਦਿੰਦਾ ਹੈ। ਮੇਰੀ ਕੋਸ਼ਿਸ਼ਾਂ ਕਰਦੇ ਹੋਏ ਵੀ ਬੇਕਾਬੂ ਹੋ ਜਾਂਦਾ ਹੈ। ਕਈ ਵਾਰ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਕਿੱਥੋਂ ਗੁੱਸਾ ਟ੍ਰਿਗਰ ਹੋ ਗਿਆ ਔਰ ਇਹ ਮੈਂ ਇੱਕਦਮ ਗੁੱਸਾ ਹੋ ਗਿਆ। ਹੁਣੇ ਤਾਂ ਮੈਂ ਸ਼ਾਂਤ ਸੀ ਬਿਲਕੁਲ, ਇਹ ਗੁੱਸਾ ਆਇਆ ਕਿੱਥੋਂ? ਹੁਣ ਤਾਂ ਮੈਂ ਆਰਾਮ ਨਾਲ ਬੈਠਾ ਸੀ, ਹੁਣ ਤਾਂ ਪਿਆਰ ਨਾਲ ਬੈਠਾ, ਹੁਣੇ ਹੀ ਗੁੱਸਾ ਹੋ ਗਿਆ। ਇਹ ਹੈ ਕੌਣ ਅਸਲ ਵਿੱਚ? ਮੇਰਾ ਸੱਤ ਕੀ ਹੈ? ਅਗਰ ਅਸੀਂ ਜੀਵਨ ਨੂੰ ਇਸ ਤਰ੍ਹਾਂ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਆਪਣੇ ਸੱਤ ਨੂੰ ਜਾਣਨਾ ਹੈ। 4 ਕਦਮ ਅਗਰ ਗੁਰੂ ਨਾਲ ਚੱਲ ਪਈਏ ਤਾਂ ਮਨ ਔਰ ਮਨ ਦਾ ਸੱਤ ਸਮਝਣ ਆਉਣਾ ਸ਼ੁਰੂ ਹੋ ਜਾਏਗਾ। ਕਿਉਂਕਿ ਗੁਰੂ ਸਾਹਿਬ ਮਨ ਦੇ ਸੱਤ ਦੇ ਦਰਸ਼ਨ ਵਿੱਚ ਜਪਜੀ ਨੂੰ ਪ੍ਰਗਟ ਕਰਦੇ ਹਨ। ਗੁਰੂ ਸਾਹਿਬ ਜਪਜੀ ਨੂੰ ਮਨ ਦੀ ਉਹਨਾਂ ਅਵਸਥਾ ਤੋਂ ਪ੍ਰਗਟ ਕਰ ਰਹੇ ਹਨ ਜਿਨ੍ਹਾਂ ਨੂੰ ਨਿਰੰਕਾਰ ਰੂਪ ਗਿਣਿਆ ਜਾ ਸਕਦਾ ਹੈ। ਗੁਰੂ ਸਾਹਿਬ ਦੇ ਪੈਰ ਤੇ ਧਰਤੀ ਤੇ ਨੇ, ਪਰ ਉਹਨਾਂ ਦੀ ਸੁਰਤ ਦੀ ਉਡਾਰੀ ਆਸਮਾਨ ਵਿੱਚ ਹੈ। ਦਿਖਦੇ ਤੇ ਸਰੀਰ ਰੂਪ ਨੇ, ਪਰ ਉਹਨਾਂ ਦੀ ਗਿਆਨ ਦੀ ਔਰ ਉਹਨਾਂ ਦੇ ਮਨ ਦੀ ਅਵਸਥਾ ਸਦਾ ਆਨੰਦ ਰਹੋ ਦਿਨ ਰਾਤੀ, ਕਾਲ ਨ ਕਭੂ ਵਿਆਪੇ। ਉਹ ਇਹੋ ਜਿਹੀ ਅਵਸਥਾ ਦੇ ਮਾਲਕ ਹਨ ਕਿ ਬੈਰੀ ਵੀ ਉਹਨਾਂ ਨੂੰ ਕੁਛ ਨਹੀਂ ਕਰ ਸਕਦਾ। ਬੈਰੀ ਬੈਰੀ ਨਹੀਂ ਲੱਗਦਾ। ਅਗਰ ਇਸ ਤਰ੍ਹਾਂ ਵਿਚਾਰੀਏ ਤੇ ਇੱਕ ਮਨ ਸਾਰੀ ਸ੍ਰਿਸ਼ਟੀ ਵਿੱਚ ਹਾਜ਼ਰ ਹੈ, ਔਰ ਜਿਸ ਨੇ ਉਸ ਮਨ ਨੂੰ ਜਾਣ ਲਿਆ ਉਸ ਨੇ ਸਭ ਦੇ ਮਨਾਂ ਨੂੰ ਜਾਣ ਲਿਆ। ਤਾਂ ਉਹਨਾਂ ਅੱਗੇ ਅਗਰ ਬਲੀ ਕੰਧਾਰੀ ਵੀ ਆਉਂਦਾ ਹੈ ਤੇ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਉਹਦੀ ਜੜ ਦਾ ਗਿਆਨ ਸਾਹਿਬ ਰੱਖਦੇ ਹਨ। ਸਾਡੀ ਸਾਰਿਆਂ ਦੀ ਸੋਰਸ ਆਫ ਐਨਰਜੀ ਇੱਕੋ ਹੀ ਹੈ। ਅਸੀਂ ਉਹਨਾਂ ਨੂੰ, ਉਸ ਸ਼ਕਤੀ ਨੂੰ ਆਪਣੇ ਹੰਕਾਰ ਦੇ ਨਾਲ ਅਲੱਗ-ਅਲੱਗ ਰੂਪ ਵਿੱਚ ਢਾਲ ਲਿਆ ਹੈ। ਕਿਸੇ ਨੂੰ ਅਸੀਂ ਬਹੁਤ ਅੱਛਾ ਬਣਾ ਲਿਆ, ਕਿਸੇ ਨੂੰ ਬਹੁਤ ਮਾੜਾ ਬਣਾ ਲਿਆ। ਉਹ ਈਗੋ ਦੇ ਕੰਟਰੋਲ ਵਿੱਚ ਹੈ ਮਨ। ਦਰਅਸਲ ਕੀ ਹੈ ਕਿ ਇਹੋ ਜਿਹੇ ਪੁਰਸ਼ਾਂ ਨਾਲ ਅਗਰ ਕਦੇ ਫਿਜ਼ੀਕਲ ਸੰਗਤ ਹੋ ਜਾਏ, ਜਿਹੜੀ ਕਿ ਹੁਣ ਪੋਸੀਬਿਲਿਟੀ ਨਹੀਂ ਹੈ, ਪਰ ਜਿਹੜਾ ਧਿਆਨਸਤ ਇਨਸਾਨ ਹੋਏਗਾ, ਕੇਵਲ ਉਹਦੇ ਨੇੜੇ ਬੈਠ ਕੇ ਜਿਗਿਆਸੂ ਮਨ ਵਿੱਚ, ਓਪਨ ਮਾਈਂਡ ਵਿੱਚ, ਰਿਸੀਵਿੰਗ ਮਾਈਂਡ ਵਿੱਚ, ਉਹਨਾਂ ਦੇ ਦਰਸ਼ਨ ਦੇ ਮਨ ਵਿੱਚ, ਉਹਨਾਂ ਦੇ ਧਿਆਨ ਦੇ ਵਿੱਚ ਬੈਠ ਕੇ ਵੀ ਅਗਰ ਅਸੀਂ ਕੁਝ ਸਮਾਂ ਬਿਤਾ ਲੈਂਦੇ ਹਾਂ ਤਾਂ ਨਿਹਾਲ ਹੋ ਜਾਵਾਂਗੇ। ਸੁਣਨ ਦਾ ਭਾਵ ਅਰਥ ਇਹੀ ਹੈ। ਪੌੜੀ ਵਿੱਚ ਸੁਣਿਆ ਕਿਹਾ ਹੈ ਮਹਾਰਾਜ ਨੇ, ਉਹਦਾ ਭਾਵ ਅਰਥ ਇਹ ਹੈ ਕਿ ਮੈਂ ਉਸ ਸੱਤ ਦੇ ਦਰਸ਼ਨ ਦੇ ਵਿੱਚ ਬੈਠਦਾ ਹਾਂ,
ਉਸ ਨੂੰ ਆਪਣੇ ਅੰਤਰ ਵਿੱਚ ਵਸਾਉਂਦਾ ਹਾਂ ਔਰ ਉਹ ਮੇਰੇ ਸਦਾ ਲਈ ਚੇਂਜ ਕਰ ਦਿੰਦਾ ਹੈ ਮੈਨੂੰ। ਅਗਰ ਇਸ ਤਰ੍ਹਾਂ ਵਿਚਾਰੀਏ ਅਤੇ ਸੁਣੀਏ ਦਾ ਇੱਕ ਭਾਵ ਇਹ ਵੀ ਬਣੇਗਾ ਕਿ ਮੈਂ ਆਪਣੇ ਗੁਰੂ ਨੂੰ ਗੁਰੂ ਮੰਨ ਕੇ ਆਪਣਾ ਮਨ ਅਰਪਣ ਕਰਕੇ ਉਹਨਾਂ ਨੂੰ ਮੱਥਾ ਟੇਕਦੇ ਹਾਂ। ਅਸਲ ਭਾਵ ਵਿੱਚ ਅਗਰ ਕੋਈ ਸਿੱਖ ਆਪਣੇ ਗੁਰੂ ਨੂੰ ਇੱਕ ਵਾਰ ਵੀ ਮਨ ਅਰਪਣ ਕਰਕੇ ਮੱਥਾ ਟੇਕਦੇ ਤਾਂ ਉਹ ਸਿੱਖ ਪੁੱਗ ਜਾਏਗਾ, ਪਹੁੰਚ ਜਾਏਗਾ, ਕਿਉਂਕਿ ਗੁਰੂ ਪਹੁੰਚ ਗਿਆ। ਮੱਥਾ ਟੇਕਣ ਦਾ ਮੇਰਾ ਕੀ ਅਰਥ ਹੈ? ਜਿਸ ਨੂੰ ਮੈਂ ਮੱਥਾ ਟੇਕਦਾ ਵਾਂ ਮੈਂ ਉਸ ਦਾ ਆਦਰ ਸਤਿਕਾਰ ਤੇ ਕਰ ਹੀ ਰਿਹਾ ਹਾਂ, ਪਰ ਉਹਦੇ ਤੋਂ ਬਹੁਤ ਡੂੰਘੀ ਗੱਲ ਕਹਿ ਰਿਹਾ ਹਾਂ। ਮੈਂ ਇਹ ਕਹਿ ਰਿਹਾ ਹਾਂ ਕਿ ਆਪ ਸਤ ਹੋ, ਮੈਂ ਝੂਠ ਹਾਂ। ਆਪ ਦਾ ਮਨ ਮੈਂ ਜਾਣਨਾ ਚਾਹੁੰਦਾ ਹਾਂ, ਮੇਰਾ ਮਨ ਕੂੜ ਹੈ, ਮੈਂ ਇਸ ਨੂੰ ਤਿਆਗਣਾ ਚਾਹੁੰਦਾ ਹਾਂ। ਤਾਂ ਮੈਂ ਆਪਣੇ ਸਿਰ ਨੂੰ ਤਿਆਗਣਾ ਚਾਹੁੰਦਾ, ਮੈਂ ਆਪਣੀ ਥਾਟਸ ਨੂੰ ਤਿਆਗਣਾ ਚਾਹੁੰਦਾ, ਮੈਂ ਆਪਣੇ ਚੇਂਜਿੰਗ ਮਾਈਂਡ ਨੂੰ ਤਿਆਗਣਾ ਚਾਹੁੰਦਾ ਔਰ ਗੁਰੂ ਦੇ ਉਸ ਮਨ ਦੇ ਗਿਆਨ ਵਿੱਚ ਬੈਠਣਾ ਚਾਹੁੰਦਾ ਜਿਹੜਾ ਸਤ ਦੇ ਰੂਪ ਵਿੱਚ ਹੈ, ਆਨੰਦ ਦੇ ਰੂਪ ਵਿੱਚ ਹੈ, ਸਦਾ ਹੈ, ਵਿਕਾਸ ਵਿੱਚ ਹੈ ਔਰ ਮੈਨੂੰ ਤਾਰ ਦੇਗਾ। ਸੱਚ ਮੰਨਣਾ ਕਿ ਅਗਰ ਭਾਵ ਨਾਲ ਅਸੀਂ ਕਿਸੇ ਨੂੰ ਗੁਰੂ ਨੂੰ, ਸੱਚੇ ਗੁਰੂ ਨੂੰ ਮੱਥਾ ਟੇਕਦੇ ਹਾਂ ਤਾਂ ਆਪਣਾ ਹਲਤ ਔਰ ਪਲਤ ਦੋਨੋਂ ਸਵਾਰ ਲੈਂਦੇ ਹਾਂ, ਪਰ ਇਹ ਅਵਸਥਾ ਜਲਦੀ ਨਹੀਂ ਆਉਂਦੀ। ਆਪ ਇਸ ਤਰ੍ਹਾਂ ਸਮਝੋ ਕਿ ਬਹੁਤ ਜ਼ਿਆਦਾ ਮੰਥਨ ਕਰਕੇ, ਬਹੁਤ ਜ਼ਿਆਦਾ ਸਟਰਗਲ ਕਰਕੇ ਇਨਸਾਨ ਇਹ ਜਾਣਨ ਨੂੰ, ਤਿਆਗਣ ਨੂੰ ਤਿਆਰ ਹੋ ਜਾਂਦਾ ਹੈ ਕਿ ਮੈਂ ਆਪਣੇ ਮਨ ਤੋਂ ਪਰੇਸ਼ਾਨ ਹਾਂ, ਮੇਰੇ ਮਨ ਔਰ ਮੇਰੇ ਹੰਕਾਰ ਮੇਰੀ ਮੁਸੀਬਤ ਹੈ, ਇਹਦਾ ਕੋਈ ਸਲੂਸ਼ਨ ਲੱਭੋ। ਜਿਸ ਦਿਨ ਇੱਥੇ ਮੇਰਾ ਮਨ ਪਹੁੰਚ ਜਾਏ, ਜਿਸ ਦਿਨ ਮੇਰੀ ਸੋਚ ਇੱਥੇ ਪਹੁੰਚ ਜਾਏ, ਉਸ ਦਿਨ ਮੈਂ ਸਮਝਾਂਗਾ ਮੈਂ ਸਿੱਖੀ ਜੀਵਨ ਸ਼ੁਰੂ ਕਰ ਲਿਆ। ਉਸ ਦਿਨ ਮੈਂ ਗੁਰੂ ਨੂੰ ਆਪਣੇ ਜੀਵਨ ਵਿੱਚ ਬੁਲਾ ਲਿਆ। ਉਸ ਦਿਨ ਮੈਂ ਮਨ ਵਿੱਚ ਇੱਕ ਜਗ੍ਹਾ ਬਣਾ ਲਈ ਹੈ ਜਿੱਥੇ ਝੂਠ ਨਹੀਂ ਹੈ ਔਰ ਸੱਚ ਦੇ ਦਰਸ਼ਨ ਹੋ ਸਕਦੇ ਹਨ। ਜੀਵਨ ਦੇ ਐਟੀਟਿਊਡਸ ਨਾਲ ਹੀ ਜੀਵਨ ਜਾਣਿਆ ਜਾ ਸਕਦਾ ਹੈ। ਜੀਵਨ ਅਸੀਂ ਸਾਰੇ ਜੀਂਦੇ ਹਾਂ, ਪਰ ਗੁਰੂ ਸਾਨੂੰ ਸਮਝਾ ਰਹੇ ਹਨ ਕਿ ਜਿੱਤਦੇ ਥੋੜ੍ਹੇ ਨੇ, ਹਾਰਦੇ ਜ਼ਿਆਦਾ ਨੇ ਜੀਵਨ 'ਚੋਂ। ਇਹਦਾ ਕੀ ਮਤਲਬ ਹੈ? ਜੀਵਨ ਦੀ ਉਸ ਅਵਸਥਾ ਨੂੰ ਜਾਣਨਾ ਜਿਹਦੇ ਵਿੱਚ ਸੱਤ ਦੇ ਦਰਸ਼ਨ ਹਨ। ਸੱਤ ਤੋਂ ਭਾਵ ਹੈ ਪਰਮਾਨੈਂਸ ਹੈ, ਪੀਸ ਹੈ, ਆਨੰਦ ਹੈ, ਸਿਕਿਉਰਿਟੀ ਹੈ, ਸਟੇਬਿਲਿਟੀ ਹੈ, ਡਾਊਟ ਨਹੀਂ ਹੈ, ਡਰ ਨਹੀਂ ਹੈ। ਮਨ ਦੀ ਇਸ ਅਵਸਥਾ ਨੂੰ ਜਾਣ ਕੇ ਰਿਅਲਾਈਜ਼ ਕਰ ਲੈਣਾ ਕਿ ਮੇਰੇ ਮਨ ਦੇ ਅੰਦਰ ਇਹੋ ਜਿਹੀ ਇੱਕ ਸਥਾਨ ਹੈ, ਇਹੋ ਜਿਹਾ ਇੱਕ ਦਰਸ਼ਨ ਹਨ। ਇਹ ਕੁੰਜੀ ਹੈ ਜੀਵਨ ਦੀ, ਇਹ ਲਾਈਫ ਦੀ ਕੀ ਹੈ। ਪਰ ਇਹਦੇ ਵਾਸਤੇ ਪਹਿਲੇ ਮੈਨੂੰ ਇਹ ਰਿਅਲਾਈਜ਼ ਕਰਨਾ ਪਏਗਾ ਕਿ ਜਿਹੜੀ ਅਵਸਥਾ ਵਿੱਚ ਮੈਂ ਜੀ ਰਿਹਾ ਹਾਂ, ਜਿਹੜੇ ਸੁੱਖ ਔਰ ਦੁੱਖ, ਮਾਣ ਔਰ ਅਪਮਾਨ ਦੇ ਵਿੱਚੋਂ ਮੈਂ ਜੀਵਨ ਕੱਢ ਲਿਆ ਹੈ, ਉੱਥੇ ਮੈਂ ਨਹੀਂ ਰਹਿਣਾ ਚਾਹੁੰਦਾ। ਇਹ ਚੋਇਸ ਨੇਚਰ ਨੇ ਮੈਨੂੰ ਦਿੱਤੀ ਹੈ। ਨੇਚਰ ਵਿੱਚ ਜ਼ੋਰ ਨਹੀਂ ਹੈ। ਨੇਚਰ ਸਿਖਾਉਂਦਾ ਜ਼ਰੂਰ ਹੈ। ਅਗਰ ਮੈਂ ਖੁੱਲ੍ਹੇ ਮਨ ਨਾਲ ਜੀਵਨ ਜੀਂਦਾ ਹਾਂ ਤਾਂ ਕੁਦਰਤ ਮੈਨੂੰ ਸਿਖਾਉਂਦੀ ਹੈ ਜੀਵਨ ਬਾਰੇ। ਅਗਰ ਕੋਈ ਇਨਸਾਨ ਇਹੋ ਜਿਹਾ ਹੋਏ ਜਿਹੜਾ ਖੁੱਲ੍ਹੇ ਮਨ ਨਾਲ ਜੀਏ, ਸਰਲ ਮਨ ਨਾਲ ਜੀਏ, ਤਾਂ ਜੀਵਨ ਦਾ ਸੱਤ 'ਤੇ ਪਹੁੰਚਣਾ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ ਬਣ ਜਾਂਦੀ। ਗੁਰੂ ਦੀ ਲੋੜ ਤਾਂ ਉੱਥੇ ਵੀ ਪਏਗੀ, ਕਿਉਂਕਿ ਗੁਰੂ ਨੇ
ਗੁਰਪ੍ਰਸਾਦ ਦੇ ਦਰਸ਼ਨ ਬਖਸ਼ਣੇ ਹਨ। ਪਰ ਬਾਣੀ ਸਾਨੂੰ ਜੀਵਨ ਦਾ ਇੱਕ ਭੇਦ ਵੀ ਦੱਸਦੀ ਹੈ ਕਿ ਜੋ ਅਸੀਂ ਜੀਵਨ ਤੋਂ ਮੰਗਾਂਗੇ, ਜਿਹੜੀ ਚੀਜ਼ ਨੂੰ ਅਸੀਂ ਐਨਰਜੀ ਲੈ ਕੇ ਫੋਕਸ ਲਿਆਵਾਂਗੇ ਮਨ ਦੇ ਵਿੱਚ, ਮਨ ਉਸ ਪਾਸੇ ਚੱਲ ਪਏਗਾ। ਫਰਜ਼ ਕਰੋ ਕਿਸੇ ਨੂੰ ਮਨ ਦੇ ਵਿੱਚ ਧਿਆਨ ਦੀ ਸ਼ਕਤੀ ਆ ਗਈ, ਤਾਂ ਜੇ ਉਸਨੇ ਪੈਸੇ ਦਾ ਧਿਆਨ ਕੀਤਾ ਤੇ ਪੈਸਾ ਆ ਜਾਏਗਾ। ਜੇ ਉਸਨੇ ਕਾਮ ਦਾ ਧਿਆਨ ਕੀਤਾ ਤੇ ਕਾਮ ਆ ਜਾਏਗਾ। ਜੇ ਉਸਨੇ ਮਾਨ ਦਾ ਧਿਆਨ ਕੀਤਾ ਤੇ ਮਾਨ ਆ ਜਾਏਗਾ। ਕਿਸ ਰੂਪ ਵਿੱਚ ਔਰ ਕਦੋਂ ਆਏਗਾ, ਇਹ ਕੁਆਲਿਟੀ 'ਤੇ ਡਿਪੈਂਡ ਕਰਦਾ ਹੈ, ਕਿਹੜੀ ਕੁਆਲਿਟੀ ਅਸੀਂ ਧਿਆਨ ਵਿੱਚ ਕਰਦੇ ਹਾਂ। ਇਹ ਜੋ ਅਸੀਂ ਜਿਸ ਪਾਸੇ ਜਾ ਰਹੇ ਹਾਂ ਉਹ ਤੇ ਦਰਸ਼ਨ ਤੇ ਜੀਵਨ ਵਿੱਚ ਹੋ ਜਾਣਗੇ, ਪਰ ਉਹਦੇ ਨਾਲ ਇੱਕ ਪੈਕੇਜ ਡੀਲ ਮਿਲੇਗੀ। ਉਹਦੇ ਜਿਹੜੇ ਰੈਪਰਕਸ਼ਨਸ ਹਨ, ਪੈਸਾ ਅਸੀਂ ਮੰਗਾਂਗੇ, ਪੈਸਾ ਆ ਗਿਆ, ਤਾਂ ਪੈਸੇ ਦੇ ਨਾਲ ਹੋਰ ਜੁੜਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਾਲ ਆਉਣਗੀਆਂ। ਉਹ ਇੱਕ ਵੱਖਰਾ ਸਬਜੈਕਟ ਹੈ ਆਪਣੇ ਆਪ ਵਿੱਚ, ਪਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਜੀਵਨ ਵਿੱਚ ਕੀ ਮੰਗਣਾ ਹੈ, ਇਹ ਵੀ ਜੀਵਨ ਦੇ ਐਕਸਪੀਰੀਅੰਸ ਤੋਂ ਹੀ ਆਉਂਦਾ ਹੈ। ਜੀਵਨ ਦੀ ਗਲਤੀਆਂ ਤੋਂ ਅਗਰ ਮੈਂ ਸਿੱਖਦਾ ਵਾਂ ਤਾਂ ਮੈਨੂੰ ਸਮਝ ਆਉਂਦਾ ਹੈ ਕਿ ਮੰਗਣ ਵਾਲੀ ਵਸਤੂ ਤਾਂ ਸਿਰਫ ਇੱਕੋ ਹੀ ਹੈ ਇੱਥੇ, ਬਾਕੀ ਸਾਰੇ ਡੈਡ ਐਂਡਸ ਹੈਗੇ, ਪਿਟਫਾਲਸ ਹੈਗੇ, ਮਿਰਾਜ ਹੈਗੇ। ਸਤ ਨਹੀਂ ਹੈ, ਸ਼ੂਗਰ ਕੋਟਡ ਪਿਲ ਹੈ, ਉੱਪਰੋਂ ਮਿੱਠੀ ਹੈ, ਬਾਅਦ 'ਚ ਉਹਦਾ ਅਰਥ ਕੁਛ ਹੋਰ ਨਿਕਲੇਗਾ। ਮਹਾਰਾਜ ਨੇ, ਮੈਂ ਰਿਕੁਐਸਟ ਕਰਾਂਗਾ ਕਿ ਬਲਜੀਤ ਜਾਂ ਕੋਈ ਹੋਰ ਇਹ ਪੌੜੀਆਂ ਪੜ੍ਹਦੇ, ਇਹ ਪੌੜੀ ਪੜ੍ਹਦੇ ਇੱਕ ਵਾਰ ਜਾਂ ਦੋ ਵਾਰ, ਫਿਰ ਉਹਦੀ ਵਿਚਾਰ ਸ਼ੁਰੂ ਕਰਾਂਗੇ। ਉੱਥੇ ਆਉਣ 'ਚ ਥੋੜ੍ਹਾ ਜਿਹਾ ਸਮਾਂ ਹੈ, ਪਰ ਜਦੋਂ ਆਪ ਨੂੰ ਰਿਕੁਐਸਟ ਕਰੀਏ ਤਾਂ ਤੁਸੀਂ ਇਹ ਪੌੜੀ ਪੜ੍ਹ ਦੇਣਾ ਫਿਰ, ਹਾਲੇ ਨਹੀਂ, ਕਿਉਂਕਿ ਸੁਣੀਏ ਦੀ ਪੌੜੀਆਂ 4 ਨੇ। ਗੁਰੂ ਨਾਨਕ ਸਾਹਿਬ ਨੇ ਸਾਨੂੰ 4 ਪੌੜੀਆਂ ਸੁਣੀਏ ਦੀ ਕੋਈ ਕਾਰਨ ਕਰਕੇ ਦਿੱਤੀਆਂ ਨੇ। ਜੀ ਤਾਂ ਕਰਦਾ ਹੈ ਕਿ ਮਹਾਰਾਜ ਦੇ ਚਰਨਾਂ ਵਿੱਚ ਸੀਸ ਰੱਖ ਕੇ ਉੱਠੀਏ ਨਾ, ਕਿਉਂਕਿ ਸੱਤ ਦੇ ਦਰਸ਼ਨ ਕਰਕੇ ਉਸ ਨੂੰ ਅਪਣਾ ਲੈਣਾ ਇੱਕ ਬਹੁਤ ਵੱਡੀ ਪ੍ਰੇਮ ਦੀ ਕਥਾ ਹੈ। ਔਰ ਇਸ ਪ੍ਰੇਮ ਦੇ ਪਾਤਰ ਜਿਹੜਾ ਹੈ ਉਹ ਗੁਰੂ ਹੀ ਹੈ, ਜਿਹੜਾ ਸੱਤ ਦੇ ਪ੍ਰੇਮ ਦਾ ਪਾਤਰ ਹੈ, ਜਿਹੜਾ ਸੱਤ ਦੇ ਪ੍ਰੇਮ ਨੂੰ ਜਾਣਦਾ ਹੈ। ਉਸ ਦਾ ਜੋਰੀ ਹੈ। ਇਹੋ ਜਿਹੀ ਵਸਤੂ ਹੈ ਜਿਹਦਾ ਮੁੱਲ ਬਹੁਤ ਥੋੜ੍ਹੇ ਲੋਕ ਜਾਣਦੇ ਨੇ ਦੁਨੀਆ 'ਚ, ਪਰ ਜਿਹੜੇ ਜਾਣਦੇ ਨੇ ਉਹ ਬੋਲਦੇ ਨਹੀਂ ਹੈ ਕਿ ਇਹਦਾ ਮੁੱਲ ਕੀ ਹੈ। ਭਗਤ ਕਬੀਰ ਇੱਕ ਜਗ੍ਹਾ ਕਹਿੰਦੇ ਹੈ, ਹੀਰਾ ਪਾਇਓ ਗਾਂਠ ਬਧਾਇਓ, ਬਾਰ ਬਾਰ ਹਮ ਕਿਉਂ ਖੋਲੇ। ਇੱਥੇ ਜਿਨ੍ਹਾਂ ਨੇ ਪੈਸਾ ਕਮਾ ਲਿਆ ਜਾਂ ਪਾਵਰ ਕਮਾ ਲਈ ਜਾਂ ਇਨਫਲੂਐਂਸ ਕਮਾ ਲਿਆ ਜਾਂ ਮਾਣ ਕਮਾ ਲਿਆ, ਬਾਹਰਲੇ ਦਰਸ਼ਨ ਵਿੱਚ ਜਿੱਤੇ ਉਹ ਦਿਖਦੇ ਨੇ। ਲੱਗਦਾ ਇਸ ਤਰ੍ਹਾਂ ਹੈ ਕਿ ਉਹ ਜਿੱਤ ਰਹੇ ਨੇ ਜੀਵਨ ਦੀ ਖੇਡ ਨੂੰ, ਪਰ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਲੋਕ ਜਿੱਤ ਕੇ ਨਹੀਂ ਜਾਣਗੇ। ਬਾਣੀ ਸਾਨੂੰ ਸਮਝਾਉਂਦੀ ਹੈ ਕਿ ਉਹ ਵਸਤੂਆਂ ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਹਨ, ਉਹ ਸਰੀਰ ਦੇ ਨਾਲ ਹੀ ਰਹਿ ਜਾਣਗੀਆਂ। ਇੱਥੇ ਰਾਜਾ ਔਰ ਰੰਕ ਕਿੱਥੇ ਬਰਾਬਰ ਹੈ। ਇਹ ਸਰੀਰ ਵੀ ਮੇਰਾ ਨਹੀਂ ਹੈ। ਜਿਹੜੇ ਮੇਰੇ ਸੱਕੇ ਨੇ, ਸੰਬੰਧੀ ਨੇ, ਮੇਰੀ ਸਰੀਰ ਦੇ ਪ੍ਰਾਣ ਛੱਡਣ 'ਤੇ ਉਹੀ ਮੈਨੂੰ ਅੱਗ ਦੇ ਵਿੱਚ ਪਾਉਣਗੇ।
ਇੱਕ ਤਰ੍ਹਾਂ ਨਾਲ ਜਦੋਂ ਇਸ ਤਰ੍ਹਾਂ ਜੀਵਨ ਨੂੰ ਦੇਖੀਏ ਤੇ ਡਿਸਪੋਂਡੈਂਸੀ ਦਿਖਦੀ ਹੈ, ਉਦਾਸੀ ਦਿਖਦੀ ਹੈ ਜੀਵਨ ਵਿੱਚ। ਉਦਾਸੀ ਸਰਫੇਸ ਤੇ ਦਿਖਦੀ ਹੈ। ਮਨ ਦੀ ਡੂੰਘਾਈ ਵਿੱਚ ਅਗਰ ਅਸੀਂ ਜਾਵਾਂਗੇ ਤਾਂ ਇੱਕ ਆਜ਼ਾਦੀ ਦਿਖੇਗੀ, ਜਿਸ ਤਰ੍ਹਾਂ ਬਾਣੀ ਸਮਝਾਉਂਦੀ ਹੈ, ਔਰ ਇੱਕ ਮਨ ਦੀ ਉਡਾਰੀ ਦਿਖੇਗੀ ਜਿਹਦੇ ਵਿੱਚ ਆਨੰਦ ਦੇ ਦਰਸ਼ਨ ਨੇ। ਔਰ ਇਸ ਆਨੰਦ ਦੀ ਕੁੰਜੀ ਗੁਰੂ ਕੋਲ ਹੈ। ਗੁਰੂ ਸਾਨੂੰ ਇਹੋ ਜਿਹੀ ਇੱਕ ਚਾਬੀ ਦਿੰਦਾ ਹੈ, ਇੱਕ ਕੁੰਜੀ ਦਿੰਦਾ ਹੈ, ਜਿਹਦੇ ਨਾਲ ਇੱਕ ਦਰਵਾਜ਼ਾ ਖੁੱਲ੍ਹਦਾ ਹੈ ਜੀਵਨ ਦਾ, ਜਿਸ ਦੇ ਬਿਯੋਂਡ ਮਨ ਦਾ ਸੱਤ ਪ੍ਰਗਟ ਹੈ, ਮਨ ਸੱਚ ਰੂਪ ਵਿੱਚ ਪ੍ਰਗਟ ਹੈ। ਤਾਂ ਇੱਥੋਂ ਭਾਵ ਸਮਝੀਏ ਕਿ ਮਨ ਹੈ ਕੀ। ਮੋਟੀ ਮੋਟੀ ਡਿਸਕ੍ਰਿਪਸ਼ਨ ਵਿੱਚ ਸਾਈਕੋਲੋਜੀ ਸਾਨੂੰ ਦੱਸਦੀ ਹੈ ਕਿ ਕੌਨਸ਼ੀਅਸ, ਸਬਕੌਨਸ਼ੀਅਸ, ਅਨਕੌਨਸ਼ੀਅਸ, ਇਹ ਮਾਈਂਡ ਦੇ ਸਟੇਟਸ ਹੈਗੇ। ਪਰ ਮੈਂ ਇਹਨਾਂ ਵਿੱਚ ਨਾ ਜਾ ਕੇ ਪਹਿਲੇ ਦੋ ਤਰ੍ਹਾਂ ਦੇ ਮਨ ਦੀ ਗੱਲ ਕਰਾਂਗਾ ਆਪ ਨਾਲ। ਇੱਕ ਚੇਂਜਿੰਗ ਮਾਈਂਡ, ਜਿਹੜਾ ਚੇਂਜ ਵਿੱਚ ਹੈ ਕੌਨਸਟੈਂਟਲੀ, ਔਰ ਇੱਕ ਅਨਚੇਂਜਿੰਗ ਮਾਈਂਡ। ਇਹ ਦੋ ਸਾਨੂੰ ਅਗਰ ਭੇਦ ਸਮਝ ਆ ਜਾਣ ਮਨ ਬਾਰੇ, ਤਾਂ ਮੈਨੂੰ ਲੱਗਦਾ ਹੈ ਕਿ ਜੀਵਨ ਦੀ ਬੜੀ ਵੱਡੀ ਜਿੱਤ ਹੋ ਜਾਏਗੀ। ਅਗਰ ਮੈਂ ਕਦੇ ਇਹ ਸਮਝ ਪਾਵਾਂ ਕਿ ਇਹ ਜਿਹੜਾ ਚੇਂਜਿੰਗ ਮਾਈਂਡ ਹੈ ਇਹ ਮੈਂ ਨਹੀਂ ਹਾਂ, ਤਾਂ ਫਿਰ ਮੈਂ ਜਾਣ ਲਵਾਂਗਾ ਕਿ ਅਨਚੇਂਜਿੰਗ ਮਾਈਂਡ ਕਿਹੜਾ ਹੈ। ਮਨ ਦੇ ਇਹ ਬੇਸਿਕ ਦਰਸ਼ਨ ਜਿਹੜੇ ਨੇ, ਇੱਕ ਟ੍ਰਾਂਜ਼ਿਸ਼ਨ ਹੈ ਚੇਂਜਿੰਗ ਮਾਈਂਡ ਤੋਂ ਅਨਚੇਂਜਿੰਗ ਮਾਈਂਡ ਦੇ ਵਿੱਚ ਕਿਵੇਂ ਜਾਣਾ ਹੈ। ਜੇ ਇਸ ਤਰ੍ਹਾਂ ਦੇਖੀਏ ਤੇ ਸਾਰੀ ਜੀਵਨ ਦੀ ਜਿਹੜੀ ਸਟਰਗਲ ਹੈ ਉਹ ਇਸ ਦੇ ਵਿੱਚ ਛਿਪੀ ਹੈ। ਜਿਸ ਕੋਲ ਇਹ ਵਿਧੀ ਆ ਗਈ ਟੂ ਟ੍ਰਾਂਸੈਂਡ ਦੀ ਚੇਂਜਿੰਗ ਮਾਈਂਡ ਐਂਡ ਗੋ ਇਨ ਟੂ ਦ ਸਟੇਬਲ ਮਾਈਂਡ, ਤਾਂ ਉਸਨੇ ਜੀਵਨ ਸਮਝ ਲਿਆ ਹੈ ਕਿ, ਉਸਨੇ ਮਨ ਸਮਝ ਲਿਆ ਹੈ ਕਿ, ਉਹਨੇ ਲਾਈਫ ਦੀ ਹੋਰ ਐਸਪੈਕਟਸ ਵਿੱਚ ਉਹ ਜਿੱਤੇ ਕਿ ਨਾ ਜਿੱਤੇ, ਪਰ ਜੀਵਨ ਜਿੱਤ ਕੇ ਜਾਏਗਾ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਜਿੱਤ ਕੇ ਉਹ ਜਾਣਗੇ ਜੇ ਤੇਰੇ ਨਾਮ ਵਿੱਚ ਜਿੱਤ ਗਏ। ਬਾਣੀ ਵਿੱਚ ਸਾਨੂੰ ਕੁਝ ਸ਼ਬਦਾਂ ਦੇ ਦਰਸ਼ਨ ਬਾਰ-ਬਾਰ ਮਿਲਦੇ ਹਨ। ਇੱਕ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਵੀ ਕਿਹਾ ਕਿ ਸਾਰੇ ਜੀਵਨ ਦੀ ਕੁੰਜੀ ਸ਼ਬਦ ਹੈ, ਔਰ ਸੁਰਤ ਚੇਲਾ ਹੈ। ਜਦੋਂ ਸਿੱਧਾਂ ਨੂੰ ਪੁੱਛਿਆ, ਗੁਰੂ ਨਾਨਕ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਗੁਰੂ ਨਾਨਕ, ਤਾਂ ਸਾਹਿਬ ਨੇ ਕਿਹਾ ਕਿ ਸ਼ਬਦ ਮੇਰਾ ਗੁਰੂ ਹੈ ਔਰ ਸੁਰਤ ਮੇਰਾ ਚੇਲਾ ਹੈ। ਉਹਦਾ ਚੇਲਾ ਸੁਰਤ ਹੈ, ਮੈਂ ਨਹੀਂ ਹਾਂ। ਭਾਵ ਇਹਦੇ 'ਚ ਈਗੋ ਨਹੀਂ ਹੈ। ਤਾਂ ਇੱਥੇ ਹੁਣ ਤਿੰਨ ਚੀਜ਼ਾਂ ਸਾਹਮਣੇ ਆਉਂਦੀਆਂ ਹਨ। ਗੁਰੂ ਸ਼ਬਦ ਹੈ, ਹੁਣ ਇਹਨੂੰ ਵਿਚਾਰਨਾ ਬਣਦਾ ਹੈ ਕਿ ਗੁਰੂ ਸ਼ਬਦ ਦਾ ਭਾਵ ਕੀ ਹੈ, ਸ਼ਬਦ ਕੀ ਹੈ। ਦੂਸਰਾ, ਸੁਰਤ ਕੀ ਹੈ, ਕਿਉਂਕਿ ਸੁਰਤ ਔਰ ਸ਼ਬਦ ਦੇ ਮੇਲ ਦੀ ਗੱਲ ਗੁਰੂ ਨਾਨਕ ਨੇ ਕੀਤੀ ਹੈ। ਅਸੀਂ ਕਈ ਵਾਰ ਇਸ ਸਿੱਧ ਗੋਸ਼ ਦੀ ਪੰਕਤੀ ਵਿਚਾਰ ਚੁੱਕੇ ਹਾਂ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਤੋਂ ਸ੍ਰਿਸ਼ਟੀ ਆਰੰਭ ਹੋਈ ਹੈ ਤਦੋਂ ਤੋਂ ਇਹ ਸੱਤ ਹੈ। ਇਹ ਸਿਰਫ ਸਿੱਖਿਜ਼ਮ ਦਾ ਸੱਤ ਨਹੀਂ ਹੈ, ਇਹ ਸਿਰਫ ਗੁਰੂ ਨਾਨਕ ਦਾ ਦਿੱਤਾ ਸੱਤ ਨਹੀਂ ਹੈ। ਇਹ ਰਿਐਲਿਟੀ ਆਫ ਲਾਈਫ ਹੈ ਕਿ ਸ਼ਬਦ ਦੇ ਰਾਹੀਂ ਨਿਰੰਕਾਰ ਪ੍ਰਗਟ ਹੈ ਦੁਨੀਆ ਵਿੱਚ। ਦੇਖੋ ਆਪ, ਬਾਈਬਲ ਦੇ ਪਹਿਲੇ ਜਿਹੜੇ ਪੰਕਤੀਆਂ ਨੇ ਉਹਦੇ ਵਿੱਚ ਉਹ ਕਹਿੰਦੇ ਹਨ, ਇਨ ਦ ਬਿਗਨਿੰਗ ਵਾਜ਼ ਦ ਵਰਡ ਐਂਡ ਦ ਵਰਡ ਇਜ਼ ਗੋਡ। ਇਹ ਦੇਖੋ ਸ਼ਬਦ ਦੀ ਗੱਲ ਆ ਗਈ। ਬਾਈਬਲ ਇੱਕ ਇਹੋ ਜਿਹਾ ਟੈਕਸਟ ਹੈ ਜਿਹੜਾ ਲੈਟਿਨ ਤੋਂ ਆਇਆ ਹੈ। ਇਸ ਕਰਕੇ
ਜਦੋਂ ਇਹਦੀ ਤਰਜੁਮਾ ਹੋਇਆ, ਜਦੋਂ ਟਰਾਂਸਲੇਸ਼ਨ ਹੋਈ, ਬਹੁਤ ਭਾਵ ਅਰਥ ਛੁੱਟ ਗਏ ਹਨ। ਪਰ ਇਸ ਲਾਈਨ ਤੋਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਹਨ ਜਿਨ੍ਹਾਂ ਨੇ ਇਸ ਨੂੰ ਲਿਖਿਆ ਸੀ, ਪ੍ਰਗਟ ਕੀਤਾ ਸੀ, ਕਿਉਂਕਿ ਜੀਸਸ ਕ੍ਰਾਈਸਟ ਨੇ ਬਾਈਬਲ ਨਹੀਂ ਲਿਖੀ ਹੈ। ਇਹ ਸਿਰਫ ਸਾਨੂੰ ਲਗਜ਼ਰੀ ਅਵੇਲੇਬਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਪੋਥੀ ਵਿੱਚ ਦਰਜ ਕਰਕੇ ਉਸ ਪੋਥੀ ਨੂੰ ਆਪਣੇ ਸਕਸੈਸਰ ਨੂੰ ਦਿੱਤਾ, ਔਰ ਉਹ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਇੱਕ ਇਹੋ ਜਿਹੀ ਇਨਵੈਲਿਊਬਲ ਦਰਸ਼ਨ ਵਿੱਚ ਰਿਵੀਲ ਹੋ ਕੇ ਸਾਡੇ ਸਾਹਮਣੇ ਆ ਗਈ। ਇਹ ਸਿਰਫ ਸਾਨੂੰ ਲਗਜ਼ਰੀ ਅਵੇਲੇਬਲ ਹੈ। ਹੋਰ ਕੋਈ ਦੁਨੀਆ ਦਾ ਧਰਮ ਨਹੀਂ ਹੈ ਜਿੱਥੇ ਜਿਹੜਾ ਰਿਵੀਲਰ ਹੈ ਧਰਮ ਦਾ, ਜਿਸ ਨੇ ਸ਼ੁਰੂ ਕੀਤਾ ਹੈ, ਉਹਨੇ ਆਪ ਲਿਖਿਆ ਆਪਣੀ ਬਾਣੀ, ਔਰ ਫਿਰ ਇਹਨੂੰ ਇਨਹੈਂਸ ਕੀਤਾ ਅੱਗੇ ਆਉਣ ਵਾਲੇ ਗੁਰੂਆਂ ਨੇ। ਤਾਂ ਗੁਰੂ ਦੇ 3 ਦਰਸ਼ਨ ਹੁੰਦੇ ਹਨ। ਇੱਕ ਦਰਸ਼ਨ ਨਿਰੰਕਾਰ ਦੇ ਦਰਸ਼ਨ, ਜਿਹੜਾ ਕਿ ਐਵਰ ਪ੍ਰੈਜ਼ੈਂਟ ਐਨਰਜੀ ਦੁਨੀਆ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਹੈ। ਇੱਕ ਦਰਸ਼ਨ ਗੁਰੂ ਦੇ ਉਹ ਹਨ। ਦੂਸਰਾ ਦਰਸ਼ਨ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਹੜਾ ਗੁਰੂ ਸ਼ਬਦ ਰਿਵੀਲ ਹੋ ਕੇ ਸਾਨੂੰ ਦੱਸਿਆ ਗਿਆ ਹੈ, ਔਰ ਜਿਹੜਾ ਸਿੱਖ ਜਿਸ ਨਾਲ ਪਿਆਰ ਕਰਦਾ ਹੈ, ਜਿਹੜੇ ਸ਼ਬਦ ਨਾਲ, ਇੱਕ ਉਹ ਗੁਰੂ ਦੇ ਦਰਸ਼ਨ ਹਨ। ਤੀਸਰਾ ਦਰਸ਼ਨ ਗੁਰੂ ਦਾ ਫਿਜ਼ੀਕਲ ਵਿੱਚ ਆਉਂਦਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हों करो निवास। अगर कोई पूछे कि गुरु गोबिंद सिंह साहब ਨੂੰ ਅੱਜ ਮਿਲਣਾ ਹੈ, ਤਾਂ ਖਾਲਸੇ ਵਿੱਚ ਗੁਰੂ ਦੇ ਦਰਸ਼ਨ ਹਨ। ਹੁਣ ਵਿਚਾਰਨ ਵਾਲੀ ਗੱਲ ਇਹ ਬਣਦੀ ਹੈ ਕਿ ਸ਼ਬਦ ਜਿਹੜਾ ਗੁਰੂ ਨਾਨਕ ਨੇ ਕਿਹਾ ਕਿ ਸ਼ਬਦ ਗੁਰੂ ਹੈ, ਇਹਦਾ ਨੇਚਰ ਕੀ ਹੈ ਸ਼ਬਦ ਦਾ? ਮੈਂ ਇਸ ਸ਼ਬਦ ਨੂੰ ਕਿਸ ਤਰ੍ਹਾਂ ਮਿਲਾਂਗਾ? ਮੈਨੂੰ ਕਿਹੜੇ ਐਟੀਟਿਊਡ, ਕਿਹੜੀ ਅਪਰੋਚ ਨਾਲ ਇਹ ਸ਼ਬਦ ਦੀ ਜਾਣਕਾਰੀ ਹੋਏਗੀ, ਔਰ ਸ਼ਬਦ ਦੀ ਡਾਇਮੈਂਸ਼ਨਸ ਕੀ ਨੇ? ਇੱਥੇ ਬੜੀ ਗੱਲ ਇੰਟਰਸਟਿੰਗ ਹੋ ਜਾਂਦੀ ਹੈ, ਕਿਉਂਕਿ ਦੇਖੋ ਮਹਾਰਾਜ ਜੀ ਕਹਿੰਦੇ ਨੇ ਅਗਰ ਸ਼ਬਦ ਨੂੰ ਜਾਣਨਾ ਹੈ ਤਾਂ ਉਹਦਾ ਚੇਲਾ ਸੁਰਤ ਹੈ, ਤਾਂ ਫਿਰ ਸੁਰਤ ਨੂੰ ਪਹਿਲਾਂ ਜਾਣਨਾ ਪਏਗਾ। ਅਗਰ ਸੁਰਤ ਨੂੰ ਨਾ ਜਾਣਿਆ ਤਾਂ ਸ਼ਬਦ ਨੂੰ ਜਾਣ ਹੀ ਨਹੀਂ ਪਾਵਾਂਗਾ, ਕਿਉਂਕਿ ਗੁਰੂ ਔਰ ਚੇਲੇ ਦਾ ਮਿਲਣ ਜਿਹੜਾ ਹੈ, ਇਹ ਸ੍ਰਿਸ਼ਟੀ ਦੀ ਰੈਵਲੇਸ਼ਨ ਹੈ, ਇਹ ਸ੍ਰਿਸ਼ਟੀ ਦੀ ਸੈਲੀਬ੍ਰੇਸ਼ਨ ਹੈ। ਇਹ ਸਾਰੇ ਨਿਰੰਕਾਰ ਰੂਪੀ ਦਰਸ਼ਨ ਦੀ ਅਸਲੀਅਤ ਹੈ। ਸ਼ਬਦ ਗੁਰੂ, ਸੁਰਤ ਤੁਮ ਚੇਲਾ। ਮੈਂ ਸੁਰਤ ਨੂੰ ਹੁਣ ਜਾਣਾਂਗਾ ਤਾਂ ਸ਼ਬਦ ਨੂੰ ਜਾਣ ਪਾਵਾਂਗਾ। ਸੁਰਤ ਕੀ ਹੈ? ਇੱਥੇ ਹੁਣ ਮਨ ਦੀ ਅਵਸਥਾ ਦੀ ਗੱਲ ਆ ਜਾਂਦੀ ਹੈ। ਸੁਰਤ ਵਿੱਚ ਮੈਂ ਨਹੀਂ ਹੈ ਤਾਂ ਈਗੋ ਤੋਂ ਪਰੇ ਹੈ। ਇਹਦਾ ਮਤਲਬ ਜਿਸ ਮਨ ਦੇ ਵਿੱਚ ਮੈਂ ਵਾਸ ਕਰਦਾ ਹਾਂ, ਮੈਂ ਸਾਰਾ ਜੀਵਨ ਆਪਣਾ ਜੀਆ ਹਾਂ, ਜਿਸ ਆਈਡੈਂਟੀਟੀ ਵਿੱਚ ਮੈਂ ਸਾਰੀ ਜ਼ਿੰਦਗੀ ਰਿਹਾ ਹਾਂ, ਜਿਸ ਆਈਡੈਂਟੀਟੀ ਵਿੱਚ ਮੈਂ ਕੰਮ ਕੀਤੇ, ਗ੍ਰਸਤ ਜੀਵਨ ਬਿਤਾਇਆ, ਯਾਰ ਦੋਸਤ ਰੱਖੇ, ਦੁਨੀਆ ਵਿੱਚ ਵਿਚਰਿਆ, ਮਾੜਾ ਚੰਗਾ ਸਭ ਕੁਝ ਕੀਤਾ, ਇਹ ਤਾਂ ਸੁਰਤ ਹੈ ਨਹੀਂ। ਇਹ ਤਾਂ ਕਿਉਂਕਿ ਇਹ ਤਾਂ ਮੇਰੀ ਈਗੋ ਦੇ ਵਿੱਚ ਸਾਰੇ ਦਰਸ਼ਨ ਨੇ, ਇਹ ਤਾਂ ਮੇਰੇ ਹੰਕਾਰ ਕਰਕੇ ਸਾਰਾ ਜੀਵਨ ਮੈਂ ਜਾਣਦਾ ਹਾਂ। ਹੁਣ ਗੱਲ ਡੂੰਘੀ ਹੁੰਦੀ ਹੈ। ਮੈਂ ਜਿਸ ਮਨ ਦੀ ਅਵਸਥਾ ਵਿੱਚ ਜੀਂਦਾ ਹਾਂ ਉਹ ਸੁਰਤ ਨਹੀਂ ਹੈ, ਤਾਂ ਇਸ ਅਵਸਥਾ ਤੋਂ ਸੁਰਤ ਵਿੱਚ ਜਾਣ ਦੀ ਕੀ ਵਿਧੀ ਹੈ? ਅਗਰ ਇਹ ਮੈਂ ਜਾਣ ਲਿਆ ਕਿ ਇੱਕ ਮਨ ਨੂੰ ਤਿਆਗਣਾ ਹੈ ਜਿਹੜਾ ਝੂਠਾ ਮਨ ਹੈ,
ਔਰ ਇੱਕ ਇਹੋ ਜਿਹੀ ਮਨ ਦੀ ਅਵਸਥਾ ਵਿੱਚ ਜਾਣਾ ਹੈ ਜਿੱਥੇ ਸੱਤ ਹੈ, ਸੱਚ ਹੈ ਔਰ ਮੈਂ ਨਹੀਂ ਹਾਂ। ਗੱਲ ਕੀ ਹੈ ਕਿ ਸੱਤ ਦੇ ਵਪਾਰੀ ਗੁਰੂ ਨੇ। ਜਦ ਤੱਕ ਅਸੀਂ ਸੱਤ ਦਾ ਵਪਾਰ ਜੀਵਨ ਵਿੱਚ ਨਹੀਂ ਉਤਾਰਾਂਗੇ, ਸਾਨੂੰ ਗੁਰੂ ਦੇ ਨਾਲ ਇੱਕ ਮਿੱਤਤਾ ਬਣਨੀ ਮੁਸ਼ਕਿਲ ਹੈ। ਅਸੀਂ ਵਿਚਾਰ ਕਰ ਪਾਵਾਂਗੇ, ਸੋਚ ਵੀ ਲੈ ਲਾਂਗੇ, ਸਮਝ ਵੀ ਪਾਵਾਂਗੇ, ਪਰ ਐਕਸਪੀਰੀਅੰਸ ਨਹੀਂ ਕਰ ਪਾਵਾਂਗੇ। ਸੋ ਇੱਥੇ ਅਰਜ਼ ਦਸ਼ਤ, ਅਰਦਾਸ ਇੱਕ ਬੜਾ ਇੰਪੋਰਟੈਂਟ ਐਲੀਮੈਂਟ ਹੈ ਜੀਵਨ ਦਾ। ਔਰ ਅਗਰ ਆਪ ਅਸਲ ਰੂਪ ਵਿੱਚ ਜਾਣੋ, ਅਗਰ ਮਨ ਦੇ ਵਿੱਚ ਅਰਦਾਸ ਦੀ ਵਿਧੀ ਆ ਜਾਏ ਤਾਂ ਅਰਦਾਸ ਔਰ ਮੱਥਾ ਟੇਕਣ ਦੇ ਵਿੱਚ ਕੋਈ ਭੇਦ ਨਹੀਂ ਹੈ। ਅਰਦਾਸ ਇੱਕ ਸਰੈਂਡਰ ਹੀ ਹੈ। ਔਰ ਦਰਅਸਲ ਅਰਦਾਸ ਅਸਲ ਉਹ ਹੈ ਜਿੱਥੇ ਮੈਂ ਨਹੀਂ ਹਾਂ, ਇਕਾਗਰਤਾ ਹੈ ਔਰ ਹਜ਼ੂਰੀ ਹੈ। ਹਜ਼ੂਰੀ, ਜਿਸ ਨਿਰੰਕਾਰ ਨੂੰ ਅਸੀਂ ਨਿਰੰਕਾਰ ਜਾਣਦੇ ਹਾਂ, ਉਹ ਹਰ ਜਗ੍ਹਾ ਹਾਜ਼ਰ ਹੈ। ਇਸੇ ਤਰ੍ਹਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ, 10 ਗੁਰੂਆਂ ਸਾਹਿਬਾਨ ਹਰ ਜਗ੍ਹਾ ਹਾਜ਼ਰ ਨੇ। ਸਾਨੂੰ ਕਿਉਂ ਨਹੀਂ ਦਰਸ਼ਨ ਹੁੰਦੇ? ਸਾਡੇ ਕੋਲ ਸੁਰਤ ਨਹੀਂ ਹੈ, ਇਕਾਗਰ ਮਨ ਨਹੀਂ ਹੈ। ਕਿਉਂਕਿ ਜਦੋਂ ਸਾਡੇ ਕੋਲ ਇਕਾਗਰ ਮਨ ਹੋਏਗਾ ਤਾਂ ਹੀ ਗੁਰੂ ਦੀ ਹਜ਼ੂਰੀ ਜਾਣ ਪਾਵਾਂਗਾ। ਗੁਰੂ ਸਾਹਿਬ ਸਿੱਧ ਗੋਸ਼ਟ ਵਿੱਚ ਇਹੀ ਦਰਸ਼ਨ ਸਾਨੂੰ ਬਖਸ਼ ਰਹੇ ਹਨ। ਅਗਰ ਮੈਂ ਝੂਠ ਦਾ ਵਪਾਰੀ ਹਾਂ ਤੇ ਸੱਤ ਦੀ ਗੱਲ ਕਰਨੀ ਮੇਰੇ ਤੋਂ ਪੋਸੀਬਲ ਨਹੀਂ ਹੈ। ਅਗਰ ਮੈਂ ਚੇਂਜਿੰਗ ਮਾਈਂਡ ਦੇ ਵਿੱਚ ਹੀ ਜੀਂਦਾ ਹਾਂ, ਸੁਰਤ ਦਾ ਗਿਆਨ ਨਹੀਂ ਹੈ, ਤਾਂ ਫਿਰ ਮੈਂ ਉਸ ਸੱਤ ਦੇ ਵਪਾਰ ਦੀ ਕਰੰਸੀ ਨਹੀਂ ਮੇਰੇ ਕੋਲ ਆਈ। ਕਰੰਸੀ ਜਾਣਦੇ ਹੋ, ਜਿਵੇਂ ਅਸੀਂ ਅਗਰ ਅਮਰੀਕਾ ਜਾਈਏ ਤੇ $US ਦਿੰਦਾ ਮੈਂ, ਤਾਂ ਉਹ ਮੰਨਦਾ ਕਿ ਹਾਂ ਹੁਣ ਤੁਸੀਂ ਲੈ ਸਕਦੇ ਹੋ, ਟ੍ਰਾਂਜੈਕਟ ਕਰ ਸਕਦੇ ਹੋ। ਤਾਂ ਸੱਤ ਦੀ ਦੁਨੀਆ ਵਿੱਚ ਸੁਰਤ ਦੇ ਹੋਣ ਨਾਲ ਮੈਂ ਟ੍ਰਾਂਜੈਕਟ ਕਰ ਸਕਦਾ ਸੱਤ ਦੇ ਵਪਾਰ ਵਿੱਚ। ਬਿਨਾਂ ਸੁਰਤ ਦੇ ਗਿਆਨ ਦੇ ਮੈਂ ਗੁਰੂ ਦੇ ਦਰਸ਼ਨ ਵੱਲ ਨਹੀਂ ਜਾ ਪਾਵਾਂਗਾ। ਔਰ ਸੁਰਤ ਦੇ ਗਿਆਨ ਦਾ ਮਤਲਬ ਹੈ ਗੁਰੂ ਦਾ ਦਰਸ਼ਨ ਉਸੇ ਵੇਲੇ। ਹੁਣ ਇੱਕ ਬ੍ਰਿਜ ਹੋ ਗਿਆ ਹੈ, ਸਮਝ ਲਓ। ਗੁਰੂ ਨੂੰ ਜਾਣਨ ਲਈ ਸੁਰਤ ਦਾ ਗਿਆਨ ਜ਼ਰੂਰੀ ਹੈ। ਸੁਰਤ ਦੀ ਇਕਾਗਰਤਾ ਨੂੰ ਜਾਣ ਲਈ ਆਪਣੇ ਚੇਂਜਿੰਗ ਮਾਈਂਡ ਤੋਂ ਟ੍ਰਾਂਸੈਂਡ ਕਰਕੇ, ਇੱਕ ਸ਼ਬਦ ਵਰਤ ਰਿਹਾ ਟ੍ਰਾਂਸੈਂਡ, ਆਪਾਂ ਟ੍ਰਾਂਸੈਂਡ ਨਾ ਕਹੀਏ, ਕੁਛ ਵੀ ਕਹਿ ਲਈਏ, ਚੇਂਜਿੰਗ ਮਾਈਂਡ ਤੋਂ ਅਨਚੇਂਜਿੰਗ ਸੁਰਤ ਦੇ ਗਿਆਨ ਵਿੱਚ ਜਾਣ ਲਈ ਕੁਛ ਚਾਹੀਦਾ ਹੈ। ਕਿਸ ਤਰ੍ਹਾਂ ਜਾਵਾਂਗਾ? ਕਿਹੜੀ ਵਿਧੀ ਹੈ? ਕਿਹੜਾ ਮੈਥਡ ਹੈ? ਗੁਰੂ ਨਾਨਕ ਸਾਹਿਬ ਨੇ ਬੜੀ ਸਿੰਪਲੀ ਪੁੱਟ ਕੀਤਾ ਹੈ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਇੱਥੇ ਭਾਵਨਾ ਰੈਲੇਵੈਂਟ ਹੋ ਜਾਂਦੀ, ਇਮੋਸ਼ਨਸ। ਮੇਰੀ ਸਰਚ ਇਮੋਸ਼ਨਸ ਤੋਂ ਸ਼ੁਰੂ ਹੁੰਦੀ ਹੈ। ਉਸ ਐਨਰਜੀ ਤੋਂ ਮੇਰੀ ਸੁਰਤ ਵੱਲ ਜਾਣ ਲਈ ਮੈਨੂੰ ਮੇਰੀ ਭਾਵਨਾ ਜ਼ਰੂਰੀ, ਪ੍ਰੇਮ ਜ਼ਰੂਰੀ ਹੈ ਉਸ ਨਾਲ। ਔਰ ਗਾਣਾ ਔਰ ਸੁਣਨਾ ਹੈ ਕੀ ਹਨ? ਇਹ ਧਿਆਨ ਦੇ ਦੋ ਰੂਪ ਹਨ। ਅਸੀਂ ਉਸ ਨੂੰ ਗਾਵਾਂਗੇ ਧਿਆਨ ਨਾਲ, ਸੁਣਾਂਗੇ ਧਿਆਨ ਨਾਲ। ਜਦੋਂ ਮਨ ਗਾਏਗਾ ਤਾਂ ਮਨ ਧਿਆਨ ਵਿੱਚ ਹੋਏਗਾ, ਜਦੋਂ ਮਨ ਸੁਣੇਗਾ ਤਾਂ ਮਨ ਧਿਆਨ ਵਿੱਚ ਸੁਣੇਗਾ। ਤਾਂ ਧਿਆਨ ਯਾਨੀ ਸਟੇਬਲ ਮਾਈਂਡ ਇੱਕ ਮੇਨ ਐਲੀਮੈਂਟ ਹੈ ਸੁਰਤ ਦੇ ਗਿਆਨ ਵਿੱਚ। ਗੁਰੂ ਮਹਾਰਾਜ ਨੇ ਇਹਨੂੰ ਨਾਮ ਦਾ ਰੂਪ ਦੱਸਿਆ ਸਾਨੂੰ ਕਿ ਨਾਮ ਜਪੋ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ। ਫਿਰ ਅਖੀਰ ਵਿੱਚ ਕਹਿੰਦੇ ਹਨ ਸਾਨੂੰ ਕਿ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ।
ਸਾਨੂੰ ਨਾਮ ਦੇ ਜਪਣ ਦੀ ਆਦੇਸ਼ ਹੈ। ਕਿਸ ਦਾ ਨਾਮ ਜਪਣਾ ਹੈ, ਕਿਵੇਂ ਜਪਣਾ ਹੈ? ਸ਼ਬਦ ਦੇ ਦਰਸ਼ਨ ਸਾਨੂੰ ਗੁਰੂ ਮਹਾਰਾਜ ਨੇ, ਜਿਹੜੇ ਪ੍ਰਗਟ ਦਰਸ਼ਨ ਨੇ, ਹੁਣ ਸ਼ਬਦ ਦੀ ਡਾਇਮੈਂਸ਼ਨਸ ਵੀ ਕਈ ਹਨ, ਕਿਉਂਕਿ ਇਹਨੂੰ ਇਨਫਾਈਨਾਈਟ ਕਹਦੇ ਆ ਇੱਕ ਤਰੀਕੇ ਨਾਲ, ਕਿਉਂਕਿ ਸ਼ਬਦ ਦਾ ਇੱਕ ਜਿਹੜਾ ਦਰਸ਼ਨ ਹੈ ਉਹ ਨਿਰੰਕਾਰ ਹੈ, ਔਰ ਉਹ ਸਾਕਾਰ ਰੂਪ ਵਿੱਚ ਨਹੀਂ ਹੈ, ਫਾਰਮਲੈਸ ਹੈ। ਯਾਨੀ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਨਿਰੰਕਾਰ ਇੱਕ ਫਾਰਮਲੈਸ ਐਨਰਜੀ ਹੈ, ਅਨਡਿਫਾਈਨਡ ਸਟੇਟ ਆਫ ਬੀਇੰਗ ਹੈ, ਜਿਸ ਨੂੰ ਅਸੀਂ ਡਿਫਾਈਨ ਨਹੀਂ ਕਰ ਪਾਵਾਂਗੇ ਕਦੇ ਵੀ। ਹੁਕਮ ਵੀ ਐਸੇ ਨੂੰ ਕਹਿੰਦੇ ਹਾਂ ਅਸੀਂ, ਨਾਮ ਵੀ ਐਸੇ ਨੂੰ ਕਹਿੰਦੇ ਹਾਂ ਅਸੀਂ। ਤਾਂ ਇਸ ਤਰ੍ਹਾਂ ਸਮਝੀਏ ਕਿ ਇੱਕ ਰੱਸੀ ਚਾਹੀਦੀ ਹੈ ਇਸ ਮਨ ਤੋਂ ਉਸ ਮਨ ਲਈ ਜਾਣ ਲਈ। ਇਸ ਤਰ੍ਹਾਂ ਸਮਝੀਏ ਕਿ ਇੱਕ ਬ੍ਰਿਜ ਚਾਹੀਦਾ ਹੈ। ਇਸ ਤਰ੍ਹਾਂ ਸਮਝੀਏ ਕਿ ਨਦੀ ਦੇ ਦੋ ਹਿੱਸੇ ਨੇ, ਮੇਰਾ ਕੂੜ ਦਾ ਮਨ ਔਰ ਵਿੱਚ ਕੂੜ ਦੀ ਪਾਲ, ਔਰ ਫਿਰ ਸਤ ਦੇ ਦਰਸ਼ਨ। ਇਹਦੇ 'ਚ ਬ੍ਰਿਜ ਚਾਹੀਦਾ ਹੈ। ਉਹ ਬ੍ਰਿਜ ਕਿਹੜਾ ਹੈ? ਪ੍ਰੇਮ ਨਾਲ ਨਾਮ ਦੇ ਅਭਿਆਸ ਵਿੱਚ ਉਤਰਨਾ। ਮਨ ਵਿੱਚ ਸੁਰਤ ਦਾ ਗਿਆਨ ਆ ਜਾਏਗਾ। ਸੁਰਤ ਦੇ ਗਿਆਨ ਤੋਂ ਫਿਰ ਮੈਂ ਉਸ ਮਨ ਦੀ ਅਵਸਥਾ ਵਿੱਚ ਜਾ ਪਾਵਾਂਗਾ ਜਿੱਥੇ ਗੁਰੂ ਦੇ ਦਰਸ਼ਨ ਹਨ। ਸੁਣੀਏ ਦੀ ਪੌੜੀ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਇਹ ਚੀਜ਼ ਸਮਝਣੀ ਜ਼ਰੂਰੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸੁਣੀਏ ਦੀ ਪੌੜੀ ਵਿੱਚ ਬਹੁਤ ਉੱਚੀ ਗੱਲ ਕਰ ਦਿੱਤੀ ਹੈ, ਔਰ ਗੁਰੂ ਮਹਾਰਾਜ ਨੇ 4 ਪੌੜੀਆਂ ਸੁਣੀਏ ਦੀ ਦਿੱਤੀਆਂ ਸਾਨੂੰ। ਜਿਸ ਨੂੰ ਸੁਣਨਾ ਆ ਗਿਆ, ਦਰਅਸਲ ਉਸਨੇ ਜੀਵਨ ਨੂੰ ਪਲਟਣਾ ਸਿੱਖ ਲਿਆ। ਉਹ ਚੱਲ ਪਿਆ ਔਰ ਪਹੁੰਚ ਵੀ ਗਿਆ। ਸੁਣੀਏ ਦੀ ਪੌੜੀ ਵਿੱਚ ਹੀ ਸਾਹਿਬ ਸਾਨੂੰ ਬਹੁਤ ਉੱਚੀ ਉਡਾਰੀ ਵਿੱਚ ਲੈ ਜਾਂਦੇ ਹਨ, ਔਰ ਇਸ ਨੂੰ ਅਸੀਂ ਜਾਣੀਏ ਕਿ ਅਗਰ ਸੁਣਨੇ ਨੂੰ ਕਮਾ ਲਿਆ ਤਾਂ ਜੀਵਨ ਦਾ ਤੱਤ ਗਿਆਨ ਬਹੁਤ ਦੂਰ ਨਹੀਂ ਹੈ। ਇਸ ਤਰ੍ਹਾਂ ਮੈਨੂੰ ਲੱਗਦਾ ਹੈ, ਮੇਰਾ ਐਕਸਪੀਰੀਅੰਸ ਨਹੀਂ ਹੈ, ਪਰ ਬਾਣੀ ਤੋਂ ਇਹ ਸਮਝ ਆਉਂਦੀ ਹੈ। ਬਾਣੀ ਦੇ ਪੜ੍ਹਨ ਤੋਂ ਇਹ ਦਿਖਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਜਿਸ ਦਰਸ਼ਨ ਦੀ ਗੱਲ ਸਾਡੇ ਨਾਲ ਇਹਨਾਂ ਪੌੜੀਆਂ ਵਿੱਚ ਕੀਤੀ ਹੈ, ਉਹ ਮਨ ਦੀ ਬਹੁਤ ਉੱਚੀ ਅਵਸਥਾ ਹੈ। ਕਿਉਂਕਿ ਜਦੋਂ ਸਾਹਿਬ ਸਾਨੂੰ ਸਦਾ ਦਾ ਸ਼ਬਦ ਦਿੰਦੇ ਨੇ, ਇਹ ਸ਼ਬਦ ਬਹੁਤ ਪਿਆਰਾ ਦਿਖਦਾ ਮੈਨੂੰ, ਕਿਉਂਕਿ ਇਹਦੇ 'ਚ ਬੜੀ ਗੈਰੰਟੀਜ਼ ਹੈਗੀ ਜੀਵਨ ਦੀਆਂ, ਔਰ ਇਹ ਚੀਜ਼ ਬੜੀ ਮੁੱਲਵਾਨ, ਇਨਵੈਲਿਊਬਲ ਹੈ ਕਿ ਕੋਈ ਜਨ ਤੁਹਾਨੂੰ ਇਹੋ ਜਿਹੀ ਕੋਈ ਵਸਤੂ ਦੇ ਜਾਏ ਜਿਹੜੀ ਸਦਾ ਲਈ ਹੋਏ। ਇਹੋ ਜਿਹੇ ਲੋਕ ਤਾਂ ਬੜੇ ਮਿਲਣਗੇ ਜਿਹੜੇ ਸਾਨੂੰ ਵਸਤੂਆਂ ਦੇ ਦੇਣ ਜਿਹੜੇ ਸਮੇਂ ਦੇ ਅੰਦਰ ਹੈਣ 'ਤੇ ਮੁੱਕ ਜਾਣਗੀਆਂ, ਪਰ ਉਹ ਇੱਕ ਵਸਤੂ ਇਹੋ ਜਿਹੀ ਹੈ ਜਿਹੜੀ ਸਦਾ ਲਈ ਮਿਲਦੀ ਹੈ ਸਾਨੂੰ, ਔਰ ਉਹ ਗੁਰੂ ਹੀ ਦੇ ਸਕਦਾ ਹੈ। ਗੁਰੂ ਨਾਨਕ ਅਗਰ ਸਾਡੇ ਸਿਰ 'ਤੇ ਕਦੇ ਹੱਥ ਰੱਖਣਗੇ ਮਹਾਰਾਜ, ਕਦੇ ਸਾਨੂੰ ਆਪਣਾ ਪ੍ਰੇਮ ਦੇਣਗੇ, ਤਾਂ ਉਹ ਸਦਾ ਲਈ ਦੇਣਗੇ। ਉਹ ਸਦਾ ਲਈ ਆਪਣਾ ਬਣਾ ਲੈਣਗੇ। ਉਹ ਅਗਰ ਦਰਵਾਜ਼ੇ ਖੋਲ੍ਹਣਗੇ ਤੇ ਸਦਾ ਲਈ ਖੋਲ੍ਹਣਗੇ। ਉਹ ਅਗਰ ਗਲਵੱਕੜੀ ਪਾਉਣਗੇ ਤਾਂ ਸਦਾ ਲਈ ਪਾਉਣਗੇ। ਉਹ ਅਗਰ ਆਪਣਾ ਬਣਾਉਣਗੇ ਤਾਂ ਸਦਾ ਲਈ ਬਣਾਉਣਗੇ। ਉਹ ਅਗਰ ਆਪਣਾ ਜਨ ਬਣਾਉਣਗੇ ਤਾਂ ਸਦਾ ਲਈ ਬਣਾਉਣਗੇ। ਇਹੀ ਉਡੀਕ ਸਾਨੂੰ ਚਾਹੀਦੀ ਹੈ ਕਿ ਸਦਾ ਲਈ ਮਹਾਰਾਜ ਕੁਝ ਸਾਨੂੰ ਬਖਸ਼ ਦੇਣ। ਸਦਾ ਦੇ ਵਿੱਚ ਬਹੁਤ ਕੁਝ ਹੈ, ਇੱਕ ਵਾਰ ਮਿਲ ਗਿਆ ਕਦੇ ਨਹੀਂ ਲੈ ਸਕਣਗੇ। ਫਿਰ ਕਿਸੇ ਕਾਰਨ ਕਰਕੇ ਨਹੀਂ ਜਾ ਸਕਦਾ, ਕਿਸੇ ਸਮੇਂ ਕਰਕੇ ਨਹੀਂ ਜਾ ਸਕਦਾ, ਕਿਸੇ ਸਥਾਨ ਕਰਕੇ ਨਹੀਂ ਜਾ ਸਕਦਾ। ਗੁਰੂ ਫਿਰ ਸਾਨੂੰ ਕਾਲ ਰਹਿਤ ਜੀਵਨ ਵੀ ਬਖਸ਼ ਦੇਣਗੇ। ਇਸ ਸਦਾ ਸ਼ਬਦ ਵਿੱਚ ਇੰਨਾ ਕੁਝ ਭਰਿਆ ਹੋਇਆ ਹੈ। ਕਈ ਵਾਰ ਤਾਂ ਜੀ ਕਰਦਾ ਹੈ ਕਿ ਇਹਦੇ ਵਿੱਚ ਹੀ ਡੁਬਕੀ ਮਾਰ ਕੇ ਹਾਜ਼ਰ ਹੋ ਜਾਈਏ। ਮਹਾਰਾਜ ਕਿਰਪਾ ਕਰਨ ਕਦੇ। ਸਦਾ ਵਿਗਾਸ।
ਨਾਨਕ ਭਗਤਾਂ ਸਦਾ ਵਿਗਾਸ। ਸੁਣੀਏ ਦੁਖ ਪਾਪ ਕਾ ਨਾਸ। ਉੱਤਮ ਅਵਸਥਾ ਜੀਵਨ ਦੀ ਬ੍ਰਹਮ ਗਿਆਨ, ਜਿਹਦੇ ਜੀਵਨ ਵਿੱਚ ਸਦਾ ਵਿਕਾਸ ਆ ਗਿਆ, ਉਸ ਤੋਂ ਪਾਵਰਫੁਲ ਕੌਣ ਹੈ ਦੁਨੀਆ 'ਚ। ਜਿਹਦੇ ਜੀਵਨ ਵਿੱਚ ਸਦਾ ਆਨੰਦ ਖੁੱਲ੍ਹ ਗਿਆ, ਸਦਾ ਪ੍ਰੇਮ ਖੁੱਲ੍ਹ ਗਿਆ, ਸਦਾ ਸਥਿਰਤਾ ਖੁੱਲ੍ਹ ਗਈ, ਉਡਾਰੀ ਆ ਗਈ, ਇੱਕ ਫਲਾਈਟ ਆ ਗਈ ਜੀਵਨ ਵਿੱਚ, ਇੱਕ ਨਾਦ ਆ ਗਿਆ, ਉਹਨੂੰ ਸਾਰੀ ਦੁਨੀਆ ਦਾ ਗਿਆਨ ਹੋ ਗਿਆ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਮਨ ਦੀ ਇਹ ਅਵਸਥਾ ਮਹਾਰਾਜ ਆਪ ਦੇ ਮਨ ਵਿੱਚ ਹੈ, ਮੇਰੇ ਮਨ ਵਿੱਚ ਹੈ, ਹਰ ਇੱਕ ਦੇ ਮਨ ਵਿੱਚ ਹੈ। You are very powerful person. In you lies many realities, many areas of sublime bliss which can never be taken away by anyone. ਇਹੋ ਜਿਹੀ ਅਵਸਥਾ ਅਗਰ ਮੈਨੂੰ ਕਦੇ ਮਿਲ ਜਾਏ, ਕਦੇ ਗੁਰੂ ਬਖਸ਼ਿਸ਼ ਕਰ ਦੇਣ ਸਾਨੂੰ, ਤਾਂ ਇਸ ਪੋਟੈਂਸ਼ੀਅਲ ਨੂੰ ਜੀਣਾ ਹੈ। ਅਗਰ ਕੋਈ ਸਮਝੋ ਕਿਸੇ ਨੂੰ ਦਿਖ ਗਿਆ ਕਿ ਮਾਊਂਟ ਐਵਰੈਸਟ ਪਹਾੜ ਉੱਚਾ ਹੈ, ਔਰ ਫਿਰ ਉਸਨੂੰ ਤਾਂਘ ਆਈ ਕਿ ਉਸ ਨੂੰ ਚੜ੍ਹਨਾ ਹੈ, ਤਾਂ ਫਿਰ ਉਹਨੂੰ ਚੜ੍ਹਨ ਦੀ ਵਿਧੀ ਵਿੱਚ ਜੀਵਨ ਦਾ ਇੱਕ ਪ੍ਰਸ਼ਨ ਆ ਜਾਏਗਾ। ਜੀਵਨ will become focused in one direction. Life will become a question. So ਟਾਰਗੇਟ ਆ ਜਾਏਗਾ ਜੀਵਨ ਵਿੱਚ ਕੁਝ। ਤਾਂ ਮੈਂ ਅਗਰ ਇਹ ਆਪਣੇ ਅੰਤਰ ਦੀ ਅਵਸਥਾ ਨੂੰ ਫੋਕਸ ਬਣਾ ਕੇ ਜੀਵਾਂਗਾ, ਤਾਂ ਫਿਰ ਇਹ ਅਵਸਥਾਵਾਂ ਮਨ ਦੀਆਂ ਗੁਰੂ ਸਾਨੂੰ ਖੋਲ ਸਕਦਾ ਹੈ। ਅਗਰ ਸਾਡੇ ਮਨ ਦੀ ਤਿਆਰੀ ਹੋਏਗੀ, ਅਗਰ ਮਨ ਨੂੰ ਮੈਂ ਨਿਰਮਲ ਔਰ ਸ਼ੁੱਧ ਕਰ ਸਕਾਂਗਾ, ਗੁਰੂ ਦੀ ਹਜ਼ੂਰੀ ਵਿੱਚ ਸਦਾ ਲਈ ਜੀਵਾਂਗਾ। ਫਿਰ ਇਹੀ ਕਾਰਨ ਨੇ ਕਿ ਇਹਨਾਂ ਸਿੱਖਾਂ ਦੇ ਵਿੱਚ ਮਸਤਾਨੀ ਅਵਸਥਾ ਸੀ ਇਤਨੀ। ਜਦੋਂ ਇਸ ਤਰ੍ਹਾਂ ਉਹਨਾਂ ਦਾ ਜੀਵਨ ਪੜ੍ਹਾਂਗੇ ਤਾਂ ਹੀ ਅਸੀਂ ਦੇਖ ਪਾਵਾਂਗੇ ਕਿ ਕੀ ਉਹਨਾਂ ਦਾ ਸੱਚ ਸੀਗਾ। ਬ੍ਰਹਮ ਗਿਆਨੀ ਲੋਕ ਸਰੀਰ ਵਿੱਚ ਫਿਰਦੇ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੈ ਸਰੀਰ ਜਾਣ ਆਉਣ ਦਾ। ਇੱਕ ਰਸ ਹੈ ਉਹਨਾਂ ਦੇ ਜੀਵਨ ਵਿੱਚ ਜਿਹੜਾ ਸਦਾ ਲਈ ਉਹਨੂੰ ਮਿਲਿਆ ਹੋਇਆ ਹੈ। ਮੈਨੂੰ ਕਿਉਂ ਨਹੀਂ ਮਿਲਦਾ? ਇਹ ਮੇਰੀ ਅਰਦਾਸ ਹੋਣੀ ਚਾਹੀਦੀ ਹੈ। ਮੈਨੂੰ ਕਿਉਂ ਨਹੀਂ ਮਿਲਦਾ? ਇਹ ਪੁਕਾਰ ਮੇਰੀ ਹੋਣੀ ਚਾਹੀਦੀ ਹੈ। ਤਾਂ ਦੁਨੀਆ ਦੇ ਦੁੱਖ ਵਿੱਚ ਦੁੱਖ ਨੂੰ ਜਾਣ ਕੇ ਜੀਵਾਂਗਾ ਤਾਂ ਸੱਤ ਵੱਲ ਮੇਰਾ ਮੂੰਹ ਆਪਣੇ ਆਪ ਫਿਰ ਜਾਏਗਾ। ਦੁਨੀਆ ਦੀ ਇਨਸਟੇਬਿਲਿਟੀ ਨੂੰ ਇਨਸਟੇਬਿਲਿਟੀ ਜਾਣ ਕੇ ਜੀਵਾਂਗਾ ਤਾਂ ਸਟੇਬਿਲਿਟੀ ਮੇਰੀ ਡਿਮਾਂਡ ਆ ਜਾਏਗੀ। ਅਵੋਇਡ ਨਾ ਕਰਾਂ। ਦੁੱਖ ਸੁੱਖ ਕੋ ਤੁਮ ਸਮ ਕਰ ਜਾਨੋ ਔਰ ਮਾਨ ਅਪਮਾਨਾ। ਹੁਣ ਅਸੀਂ ਬੇਨਤੀ ਕਰਦਾ ਵਾਂ ਕਿ ਕੋਈ ਸੁਣੇ ਦੀ ਇਸ ਪੌੜੀ ਨੂੰ ਪੜ੍ਹਦੇ ਤਾਂ ਫਿਰ ਧਿਆਨ ਨਾਲ ਇਹਦੇ ਵਿੱਚ ਉਤਰੀਏ। ਸੁਣੀਏ ਤੋਂ ਕੀ ਭਾਵ ਹੈ, ਸੁਣਨਾ ਕੀ ਹੈ, ਸੁਣਨੇ ਦੇ ਦਰਸ਼ਨ ਕੀ ਨੇ, ਇਹ ਅਸੀਂ ਵਿਚਾਰਾਂਗੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਤਰਤ ਤਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹ ਨ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਕਿਤਨੇ ਪਿਆਰੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਪਿਆਰੇ ਸ਼ਬਦ ਹਨ। ਕਿਤਨੇ ਪੋਹ ਨਾ ਸਕੇ ਕਾਲ। ਜਿਸ ਤੋਂ ਦੁਨੀਆ ਡਰਦੀ ਹੈ ਮੌਤ ਤੋਂ, ਗੁਰੂ ਸਾਹਿਬ ਕਹਿ ਰਹੇ ਆ ਸੁਣਿਏ ਨਾਲ ਉਹ ਮੌਤ ਵੀ ਨਹੀਂ ਰਹਿਣੀ। ਪਰ ਅੱਗੇ ਚਲਾ ਗਿਆ ਮੈਂ। ਪਹਿਲੇ ਸੁਣੀਏ ਨੂੰ ਸਮਝੀਏ ਕਿ ਸੁਣੀਏ ਦਾ ਮਤਲਬ ਕੀ ਹੈ। ਗ੍ਰਸਤ ਜੀਵਨ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਸਿਖਾਉਂਦੇ ਹਾਂ। ਉਹ ਸੁਣਦੇ ਨੇ ਸਾਨੂੰ। ਉਹ ਜਦ ਤੱਕ ਸੁਣਦੇ ਨੇ, ਜਦ ਤੱਕ ਉਹਨਾਂ ਨੂੰ ਇਹ ਕੌਨਫੀਡੈਂਸ ਨਹੀਂ ਆਉਂਦਾ
ਕਿ ਉਹਨਾਂ ਕੋਲ ਆਪਣਾ ਮਨ ਹੈ ਵਿਚਾਰਨ ਦਾ। ਤਾਂ ਇੱਕ ਸਟੇਜ ਆਉਂਦੀ ਹੈ ਜਦੋਂ ਬੱਚੇ ਸੁਣਨਾ ਛੱਡ ਦਿੰਦੇ ਨੇ, ਉਹਨਾਂ ਦੀ ਆਪਣਾ ਵਿਊ ਪੁਆਇੰਟ ਆ ਜਾਂਦਾ ਹੈ। ਅਸੀਂ ਹੁਣ ਫਿਰ ਵਿੱਚ ਸੋਚ ਲੈਂਦੇ ਹਾਂ, ਸਮਝ ਲੈਂਦੇ ਹਾਂ ਕਿ ਹੁਣ ਇਹ ਬੱਚਾ ਸੁਣੇਗਾ ਘੱਟ, ਸ਼ਾਇਦ ਸੁਣੇਗਾ ਪਰ ਜ਼ਿਆਦਾ ਨਹੀਂ ਸੁਣੇਗਾ, ਜਾਂ ਅਨਫਿਲਟਰਡ ਨਹੀਂ ਸੁਣੇਗਾ। ਇਹਨੂੰ ਸਮਝੀਏ, ਅਨਫਿਲਟਰਡ ਨਹੀਂ ਸੁਣੇਗਾ। ਮਤਲਬ ਕੀ ਹੈ? ਜਦੋਂ ਛੋਟਾ ਬੱਚਾ ਹੁੰਦਾ ਹੈ ਉਹ ਸਾਡੀ ਗੱਲ ਨੂੰ ਪੂਰੀ ਤਰ੍ਹਾਂ ਸੁਣਦਾ ਹੈ ਔਰ ਆਪਣੀ ਵਿਚਾਰ ਨੂੰ ਵਿੱਚ ਨਹੀਂ ਰੱਖਦਾ। ਸਾਈਕੋਲੋਜੀ ਕਹਿੰਦੀ ਹੈ ਕਿ 7 ਸਾਲ ਤੋਂ ਪਹਿਲੇ ਅਗਰ ਅਸੀਂ ਬੱਚਿਆਂ ਨੂੰ ਪੜ੍ਹਾ ਲਈਏ, ਜੋ ਪੜ੍ਹਾ ਲਈਏ ਉਸ ਨਾਲ ਉਹਦਾ ਮਨ ਸਦਾ ਲਈ ਫਾਰਮ ਹੋ ਜਾਏਗਾ। ਕਾਰਨ ਕੀ ਹੈ? ਇਹ 7 ਸਾਲ ਦਾ ਕੀ ਰੈਲੇਵੈਂਸ ਹੈ? ਚਲੋ 7 ਸਾਲ ਨੂੰ 1 ਮਿੰਟ ਲਈ ਰੱਖੀਏ, ਕਿਉਂਕਿ ਇਹ ਤਾਂ ਐਕਸਪੀਰੀਅੰਸ ਕਰਕੇ, ਰਿਸਰਚ ਕਰਕੇ ਇਹਨਾਂ ਨੇ ਕੱਢਿਆ। ਪਰ ਇਹਦੇ ਤੋਂ 2 ਅਰਥ ਨਿਕਲਦੇ ਹੈ ਕਿ ਮਨ ਦੀ ਇੱਕ ਅਵਸਥਾ ਐਸੀ ਹੈ ਜਿਹਦੇ ਵਿੱਚ ਮੈਂ ਸੁਣਦਾ, ਇਤਨੀ ਜ਼ਿਆਦਾ ਅੱਛੀ ਤਰ੍ਹਾਂ ਸੁਣਦਾ ਹਾਂ ਕਿ ਉਹਦੇ ਨਾਲ ਮੇਰੀ ਜੀਵਨ ਫਾਰਮ ਹੋ ਜਾਂਦਾ ਹੈ। ਬੱਚਾ ਜਦੋਂ ਛੋਟੀ ਉਮਰ ਵਿੱਚ ਸੁਣ ਰਿਹਾ ਹੈ, ਉਹ ਅਨਫਿਲਟਰਡ ਸੁਣ ਰਿਹਾ, ਉਹ ਸੁਣਨ ਨੂੰ ਉਹ ਐਡਿਟ ਨਹੀਂ ਕਰ ਰਿਹਾ ਔਰ ਐਕਸੈਪਟ ਕਰ ਰਿਹਾ ਪੂਰੀ ਤਰ੍ਹਾਂ। ਹਾਲੇ ਮਨ ਦੀ ਕੋੜ ਦੀ ਦੀਵਾਰ ਖੜੀ ਨਹੀਂ ਹੋਈ। ਤਾਂ ਆਪ ਦੇਖੋਗੇ ਕਿ ਬੱਚਾ ਨਾਮ ਵਿੱਚ ਜਲਦੀ ਲੀਨ ਹੋਏਗਾ। ਬੱਚਾ ਇਸ ਉਮਰ ਵਿੱਚ ਆਪਣੀ ਗੱਲ ਨੂੰ ਅਬਜ਼ੌਰਬ ਪੂਰੀ ਤਰ੍ਹਾਂ ਕਰ ਰਿਹਾ ਹੈ। ਕਿਸ ਤਰ੍ਹਾਂ ਲੱਗਦਾ ਹੈ ਕਿ ਜੀਵਨ ਨੇ ਉਸ ਨੂੰ ਇਹ ਦੱਸ ਦਿੱਤਾ ਹੈ, ਉਹਦੇ DNA ਵਿੱਚ ਇਹ ਗੱਲ ਗਿਆਨ ਦੀ ਹੈ ਕਿ ਸੁਣਨ ਵਿੱਚ ਸਰਵਾਈਵਲ ਹੈ। ਅਗਰ ਨਹੀਂ ਸੁਣੋਗੇ ਤਾਂ ਸ਼ਾਇਦ ਸਰਵਾਈਵ ਨਾ ਕਰ ਪਾਓ। ਤਾਂ ਉਹਦਾ ਸਰਵਾਈਵਲ ਸੁਣਨ ਨਾਲ ਇਸ ਤਰ੍ਹਾਂ ਬਣ ਲਿਆ ਕਿ ਸੁਣਨਾ ਉਹਦਾ ਪ੍ਰਾਣ ਹੋ ਗਿਆ। ਔਰ ਜੋ ਅਸੀਂ ਉਹਨੂੰ ਇੰਸਟਰਕਸ਼ਨਸ ਉਸ ਉਮਰ ਵਿੱਚ ਦਿੰਦੇ ਹਾਂ, ਛੋਟੀ ਉਮਰ ਵਿੱਚ, ਉਹ ਸਿੱਧਾ ਉਹਦੀ ਸਬਕੌਨਸ਼ੀਅਸ ਵਿੱਚ ਚਲੀ ਜਾਂਦੀ ਹੈ। ਸਬਕੌਨਸ਼ੀਅਸ ਨੂੰ ਅਸੀਂ ਨਾਰਮਲੀ ਜੀਂਦੇ ਨਹੀਂ ਹਾਂ, ਕੌਨਸ਼ੀਅਸ ਲੈਵਲ 'ਤੇ ਨਹੀਂ ਜਾਣਦੇ ਹਾਂ। ਮਨ ਦੀ ਜਿਹੜੀ ਅੰਦਰਲੀ ਤਹਿਾਂ ਨੇ, ਸਮਝ ਲਈਏ ਕਿ ਮਨ ਦੀ ਜੜ ਵਿੱਚ ਚਲਾ ਜਾਂਦਾ ਹੈ। ਅਗਰ ਮਨ ਨੂੰ ਇੱਕ ਪੇੜ ਸਮਝੀਏ ਤਾਂ ਉਹ ਜਿਹੜਾ ਸੁਣਨਾ ਹੈ ਉਹ ਸਿੱਧਾ ਜੜ ਵਿੱਚ ਚਲਾ ਗਿਆ। ਹੁਣ ਜੜ ਵਿੱਚ ਜੋ ਅਸੀਂ ਪਾਵਾਂਗੇ ਸਾਰਾ ਪੇੜ ਉਸ ਤਰ੍ਹਾਂ ਬਣ ਜਾਏਗਾ। ਜੜ ਵਿੱਚੋਂ ਖਾਣਾ ਜਾਏਗਾ, ਜੜ ਵਿੱਚੋਂ ਪਾਣੀ ਜਾਏਗਾ, ਜੜ ਵਿੱਚ ਰੰਗ ਵੀ ਪਾਓਗੇ ਤੇ ਪੂਰਾ ਪੇੜ ਰੰਗਿਆ ਜਾਏਗਾ। ਜੜ ਵਿੱਚ ਖਾਦ ਪਾਓਗੇ ਤੇ ਪੇੜ ਵਿੱਚ ਖਾਦ ਆ ਜਾਏਗਾ। ਜੋ ਖੁਰਾਕ ਅਸੀਂ ਜੜ ਵਿੱਚ ਪਾਵਾਂਗੇ ਉੱਥੋਂ ਸੂਰਜ ਨਾਲ ਮਿਲ ਕੇ ਪੇੜ ਆਪਣਾ ਰੰਗ ਲਿਆਏਗਾ। ਇਸ ਤਰ੍ਹਾਂ ਜੀਵਨ ਦੀ, ਆਤਮਿਕ ਜੀਵਨ ਦੀ, ਸੁਣਨੇ ਦੀ ਇਸ ਪੌੜੀ ਨੂੰ ਸਮਝਣ ਲਈ ਇਹ ਥੋੜ੍ਹਾ ਰੈਲੇਵੈਂਸ ਹੋ ਜਾਂਦਾ ਹੈ ਕਿ ਮਨ ਦੀ ਇਹ ਅਵਸਥਾ, ਜਦੋਂ ਮੈਂ ਇੰਸਟਰਕਸ਼ਨਸ ਕੰਪਲੀਟਲੀ ਰਿਸੀਵ ਕੀਤੀਆਂ ਵਿਦ ਆਊਟ ਐਡੀਟਿੰਗ, ਤਾਂ ਉਹ ਮੇਰੇ ਮਨ ਨੂੰ ਪੂਰੀ ਤਰ੍ਹਾਂ ਬਦਲ ਦੇਣਗੇ। ਉਹ ਫਾਰਮ ਕਰ ਲਏਗੀ ਮਨ ਨੂੰ। ਇਹਦਾ ਮਤਲਬ ਇਹ ਜਿਹੜਾ ਸੁਣਨਾ ਹੈ, ਇਹ ਜਿਹੜੀ ਸੁਣੀਏ ਦੀ ਪੌੜੀ ਹੈ, ਇਹ ਮੇਰੇ ਮਨ ਨੂੰ ਬਦਲਣ ਲਈ ਇੱਕ ਰੈਲੇਵੈਂਟ ਟੂਲ ਹੈ। ਅਗਰ ਮੈਂ ਸ਼ਬਦ ਨੂੰ ਗੁਰੂ ਜਾਣਦਾ ਹਾਂ ਔਰ ਸ਼ਬਦ ਨੂੰ ਇਸ ਤਰ੍ਹਾਂ ਸੁਣਦਾ ਹਾਂ ਜਿਵੇਂ ਉਹ ਛੋਟਾ ਬੱਚਾ ਸਾਡੀ ਇੰਸਟਰਕਸ਼ਨ ਸੁਣਦਾ ਹੈ ਕਿ ਮੇਰਾ ਸਭ ਕੁਝ ਇਹ ਸ਼ਬਦ ਹੈ, ਮੇਰੇ ਪੂਰੇ ਪ੍ਰਾਣ ਇਸ ਸ਼ਬਦ ਵਿੱਚ ਹਾਜ਼ਰ ਹਨ, ਮੇਰਾ ਪੂਰਾ ਸਰਵਾਈਵਲ ਇਸ ਸ਼ਬਦ ਹੈ, ਤਾਂ ਇਹ ਸ਼ਬਦ ਸਦਾ ਲਈ ਮਨ ਨੂੰ ਬਦਲ ਦੇਗਾ। ਜਿਨ੍ਹਾਂ ਚੀਜ਼ਾਂ ਤੋਂ ਅਸੀਂ ਡਰ ਕੇ ਜੀਵੇ ਹਾਂ, ਜਿਨ੍ਹਾਂ ਚੀਜ਼ਾਂ ਤੋਂ ਅਸੀਂ ਪਰੇਸ਼ਾਨ ਜੀਂਦੇ ਹਾਂ, ਜਿਨ੍ਹਾਂ ਚੀਜ਼ਾਂ ਤੋਂ ਅਸੀਂ ਵਿਆਕੁਲ ਜੀਂਦੇ ਹਾਂ, ਜਿਨ੍ਹਾਂ ਚੀਜ਼ਾਂ ਤੋਂ ਅਸੀਂ ਭਟਕਦੇ ਰਹਿੰਦੇ ਹਾਂ, ਸਾਨੂੰ ਵਿਸਰਾਮ ਨਹੀਂ ਮਿਲਦਾ, ਜਿਸ ਮੋਹ ਮਾਇਆ ਤੋਂ ਅਸੀਂ ਡਰ ਕੇ ਜੀਂਦੇ ਹਾਂ, ਇਹ ਸ਼ਬਦ ਉਸ ਸਭ ਦਾ ਹੱਲ ਹੈ। ਇਹ ਸਾਡੇ ਉਸ ਮਨ ਦੇ ਹਿੱਸੇ ਨੂੰ ਵਾਈਬਰੇਟ ਕਰੇਗਾ, ਸਾਡੇ ਮਨ ਦੇ ਉਸ ਹਿੱਸੇ ਨੂੰ ਐਨਰਜਾਈਜ਼ ਕਰੇਗਾ, ਸਾਡੇ ਮਨ ਦੇ ਉਸ ਹਿੱਸੇ ਨੂੰ ਸ਼ਕਤੀ ਦੇਗਾ ਜਿਹਦੇ ਵਿੱਚ ਮਨ ਪੂਰਾ ਟਰਾਂਸਫਾਰਮ ਹੋ ਸਕਦਾ ਹੈ। ਆਫ ਸਿਨਰਸ ਸੇਂਟਸ ਆਰ ਮੇਡ। ਪਾਪੀ ਨਹੀਂ ਰਹੇਗਾ। ਹੁਣ ਸੰਤ ਬਣਨ ਦੀ ਵਿਧੀ ਜੀਵਨ ਵਿੱਚ ਆ ਸਕਦੀ ਹੈ। ਸੰਤ ਦਾ ਭਾਵ ਹੈ
ਅੰਤ ਨੂੰ ਸੰਭਾਲ ਲਿਆ। ਇਹ ਅੰਤ ਨੂੰ ਸੰਭਾਲਣ ਦੀ ਵਿਧੀ ਸ਼ਬਦ ਵਿੱਚ ਦੱਸ ਰਹੇ ਹਨ। ਸੁਣਿਐ ਹੋ ਨਾ ਸਕੇ ਕਾਲ, ਕਾਲ ਨੂੰ ਸੰਭਾਲ ਲਿਆ, ਕਾਲ ਨੂੰ ਜਿੱਤ ਲਿਆ, ਤਾਂ ਫਿਰ ਸੁਣੇ ਦੇ ਕੁਝ ਨੇਚਰ ਬਣਦਾ। ਹੁਣ ਇਹਦਾ ਮਤਲਬ ਕੰਪਲੀਟ ਧਿਆਨ ਨਾਲ ਸੁਣਨਾ ਹੈ ਔਰ ਇਕਾਗਰ ਮਨ ਨਾਲ ਸੁਣਨਾ ਹੈ। ਤਾਂ ਮਤਲਬ ਇੱਕ ਤਰ੍ਹਾਂ ਨਾਲ ਧਿਆਨ ਸੁਣਨਾ ਹੈ, ਸ਼ਬਦ ਦੇ ਧਿਆਨ ਵਿੱਚ ਰਹਿਣਾ ਹੀ ਸੁਣਨਾ ਹੈ। ਕੁਝ ਸਾਲ ਪਹਿਲੇ, ਉਦੋਂ ਉਮਰ ਛੋਟੀ ਸੀ, ਪਰ ਬਜ਼ੁਰਗਾਂ ਦਾ ਸਵੇਰ ਦਾ ਨੇਮ ਜਿਹੜਾ ਸੀ ਬੜਾ ਪੱਕਾ ਸੀ। 3 ਵਜੇ ਬਾਜੇ ਤੇ ਉਂਗਲੀ ਹੁੰਦੀ ਔਰ ਅਲਾਹੀ ਕੀਰਤਨ 2-2.5 ਘੰਟੇ ਇੱਕ ਤਰ੍ਹਾਂ ਮਨ ਨੂੰ ਟਿਊਨ ਕਰਦੇ ਨੇ। ਸਾਡੇ ਰਿਸ਼ਤੇਦਾਰੀ ਵਿੱਚ ਇੱਕ ਜਨ ਸੀ, ਉਹ ਇੱਕ ਦਿਨ ਕੀਰਤਨ ਤੇ ਆਏ ਤੇ ਵਿਚਾਰ ਕਰਦੇ ਹੋਏ ਬਜ਼ੁਰਗਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗਿਆ ਕੀਰਤਨ। ਤਾਂ ਉਹਨਾਂ ਨੇ ਕਿਹਾ, ਮੇਰਾ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਸਾਰੇ ਪ੍ਰਾਣ ਮਸਤਿਸ਼ਕ ਵੱਲ ਜਾ ਰਹੇ ਹਨ। ਬੜੀ ਕਮਾਲ ਦੀ ਅਵਸਥਾ ਹੈ ਔਰ ਇਹਨੂੰ ਕਮਾਉਣਾ ਬਣਦਾ ਹੈ। ਕਈ ਵਾਰ ਸਾਨੂੰ ਆਪ ਨਹੀਂ ਪਤਾ ਹੁੰਦਾ ਅਸੀਂ ਕਿਸ ਅਵਸਥਾ ਦੇ ਮਾਲਕ ਹਾਂ। ਜੀਵਨ ਨਿਕਲ ਜਾਂਦਾ ਸਮਝਦੇ ਸਮਝਦੇ ਹੀ, ਸਮਝ ਨਹੀਂ ਆਉਂਦੀ ਕਿ ਕੀ ਹੈ। ਅਗਰ ਅਸੀਂ ਸੁਣੀਏ ਵਿੱਚ, ਕੀਰਤਨ ਵਿੱਚ ਹੀ ਪੂਰੇ ਧਿਆਨ ਨਾਲ ਉਤਰਾਂਗੇ ਤਾਂ ਸਾਡੇ ਪੂਰੇ ਸਰੀਰ ਔਰ ਮਨ ਨੂੰ ਟਰਾਂਸਫਾਰਮ ਕਰ ਦੇਗਾ। ਇੱਕ ਟਰਾਂਸਫਰਮੇਸ਼ਨ ਆ ਜਾਏਗੀ ਅੰਤਰ ਵਿੱਚ, ਇੱਕ ਨਾਮ ਦੀ ਕੁੰਜੀ ਖੁੱਲ ਜਾਏਗੀ, ਇੱਕ ਲਵ ਅਫੇਅਰ ਸ਼ੁਰੂ ਹੋ ਜਾਏਗਾ, ਇੱਕ ਯਾਰੀ ਪੈ ਜਾਏਗੀ। ਇਹ ਗੱਲ ਮੈਂ ਆਪ ਨੂੰ ਇਸ ਕਰਕੇ ਕਹਿ ਰਿਹਾ ਹਾਂ ਕਿ ਆਪਣੀ ਅਵਸਥਾ ਨੂੰ ਆਪ ਅਸੀਂ ਕਮਾਉਣਾ ਹੈ। ਮੇਰੇ ਕੋਲ ਕੋਈ ਕਮਾਈ ਨਹੀਂ ਹੈ, ਪਰ ਹਰ ਇੱਕ ਦੇ ਪੋਟੈਂਸ਼ੀਅਲ ਵਿੱਚ, ਹਰ ਇੱਕ ਦੇ ਜੀਵਨ ਦੇ ਪੋਟੈਂਸ਼ੀਅਲ ਵਿੱਚ ਇਹ ਦਰਸ਼ਨ ਅਵੇਲੇਬਲ ਨੇ ਜਿਹੜੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਹਨ, ਸੁਣੀਏ ਪੋ ਨਾ ਸਕੇ ਕਾਲ। ਤਾਂ ਮੈਂ ਸੁਣਨਾ ਪੂਰੇ ਪ੍ਰਾਣ ਨਾਲ ਹੈ, ਪੂਰੀ એનર્ਜੀ ਨਾਲ ਹੈ, ਪੂਰੀ ਕਮਿਟਮੈਂਟ ਨਾਲ ਹੈ, ਪੂਰੀ ਸਰਵਾਈਵਲ ਨਾਲ, ਸਰਵਾਈਵਲ ਮੋਡ ਵਿੱਚ ਸੁਣਨਾ ਹੈ ਕਿ ਇਹ ਸ਼ਬਦ ਮੈਨੂੰ ਬਚਾਏਗਾ, ਮੇਰੇ ਜੀਵਨ ਨੂੰ ਤਾਰੇਗਾ। ਇਹ ਇੱਕ ਕਿਸ਼ਤੀ ਹੈ ਮੇਰੇ ਅੱਗੇ, ਜਿਹਦੇ 'ਚ ਮੈਂ ਬੈਠ ਜਾਵਾਂ ਤੇ ਮੈਂ ਪਾਰ ਚਲਾ ਜਾਵਾਂਗਾ ਨਦੀ ਤੋਂ, ਨਹੀਂ ਤਾਂ ਹੋਰ ਕੋਈ ਰਸਤਾ ਨਹੀਂ ਹੈ, ਨਹੀਂ ਤਾਂ ਡੁੱਬਿਆ ਹੀ ਡੁੱਬਿਆ। ਥੋੜੀ ਜਿਹੀ ਡੈਸਪਰੇਸ਼ਨ ਵੀ ਦਿਖਦੀ ਹੈ, ਪਰ ਸ਼ਬਦ ਦਾ ਪ੍ਰਗਟਾਵਾ ਸੁਰਤ ਦੇ ਜ਼ਰੀਏ ਜੀਵਨ ਵਿੱਚ ਅਗਰ ਹੋਇਆ ਤਾਂ ਸੁਣਨਾ ਉਹਦੇ ਵਿੱਚ ਇੱਕ ਬੜਾ ਐਲੀਮੈਂਟ ਬਣਦਾ ਹੈ। ਜਦੋਂ ਸੁਣਨ ਦਾ ਮਤਲਬ ਧਿਆਨ ਵੀ ਹੈ, ਸੁਣਨਾ ਵੀ ਹੈ, ਪੂਰੇ ਧਿਆਨ ਨਾਲ ਸੁਣਨਾ ਵੀ ਹੈ, ਪੂਰੇ ਧਿਆਨ ਵਿੱਚ ਰਹਿਣਾ ਵੀ ਹੈ, ਕਿਉਂਕਿ ਸੁਣਨ ਦੀ ਵੀ ਡਾਇਮੈਂਸ਼ਨਸ ਅਲੱਗ ਨੇ। ਇੱਕ ਸੁਣਨਾ ਇਹ ਹੈ ਕਿ ਮੈਂ ਆਪ ਨੇ ਆਵਾਜ਼ ਦਿੱਤੀ, ਮੈਂ ਸੁਣ ਲਈ, ਇਹਨੂੰ ਕਹਿੰਦੇ ਨੇ ਵੈਖਰੀ ਬਾਣੀ। ਪਰ ਬਾਣੀ ਦੀ ਡਾਇਮੈਂਸ਼ਨ ਹੋਰ ਵੀ ਨੇ। ਜਦੋਂ ਬਾਣੀ ਥਾਟ ਵੀ ਨਹੀਂ ਬਣੀ, ਪਰਾ ਪਸ਼ੰਤੀ ਮਧਮਾ, ਇਹ 3 ਹੋਰ ਡਾਇਮੈਂਸ਼ਨਸ ਹਨ। ਔਰ ਇੱਕ ਇਹੋ ਜਿਹੀ ਬਾਣੀ ਵੀ ਹੈ ਜਿਹਦੇ ਵਿੱਚ ਕੋਈ ਆਵਾਜ਼ ਨਹੀਂ ਹੈ, ਸਾਇਲੈਂਸ ਦੀ, ਇਹਨੂੰ ਕਹਿੰਦੇ ਸਾਊਂਡ ਆਫ ਸਾਇਲੈਂਸ, ਸੂਫੀ ਕਹਿੰਦੇ ਸਾਊਂਡ ਆਫ ਸਾਇਲੈਂਸ। ਇੱਕ ਆਨੰਦ ਦੀ ਅਵਸਥਾ ਦੀ ਗੱਲ ਕਰਦੇ ਆ। ਜ਼ੈਨ ਬੁੱਧਿਜ਼ਮ ਵਿੱਚ ਇੱਕ ਬੜਾ ਪਿਆਰਾ ਜਿਹਾ ਵਰਡ ਹੈ ਜ਼ਾਜ਼ਨ। ਉਹ ਕਹਿੰਦੇ ਨੇ ਜਸਟ ਸਿਟਿੰਗ, ਬਸ ਬੈਠ ਗਿਆ ਹੈ, ਬਸ ਬੈਠ ਗਿਆ, ਸਥਿਰ ਹੋ ਗਿਆ, ਮਨ ਇਕਾਗਰ ਹੋ ਗਿਆ, ਮਨ ਝੂਠ ਨੂੰ ਤਿਆਗ ਗਿਆ, ਮਨ ਸੱਤ ਦੇ ਦਰਸ਼ਨ ਵਿੱਚ ਉਤਰ ਗਿਆ, ਮਨ ਸ਼ਬਦ ਦੇ ਵਿੱਚ ਲੀਨ ਹੋ ਗਿਆ। ਸ਼ਬਦ ਨੇ ਨਿਰੰਕਾਰ ਰੂਪੀ ਖੇੜਾ ਪ੍ਰਗਟ ਕਰ ਦਿੱਤਾ, ਜੀਵਨ ਦੇ ਸਾਰੇ ਭੇਦ ਖੋਲ ਦਿੱਤੇ। ਸੁਣੀਏ ਦਾ ਇੱਕ ਡਾਇਮੈਂਸ਼ਨ ਹੈ ਧਿਆਨ, ਸੁਣੀਏ ਦੇ ਇੱਕ ਡਾਇਮੈਂਸ਼ਨ ਹੈ ਵਿਦ ਫੁੱਲ ਕਮਿਟਮੈਂਟ। ਸ਼ਬਦ ਜਿਹੜਾ ਪਿਛਲੀ ਪੌੜੀ ਵੀ ਅਸੀਂ ਪੜ੍ਹੀ ਔਰ ਇਹ ਪੌੜੀ ਵੀ ਅਸੀਂ ਜਦੋਂ ਵਿਚਾਰਾਂਗੇ, ਇਹਨੂੰ 2 ਤਰ੍ਹਾਂ ਵਿਚਾਰਾਂਗੇ।
ਇੱਕ ਤਾਂ ਜੋ ਇਹਦੇ ਅਰਥ ਲੱਗਦੇ ਨੇ ਅਸੀਂ ਉਹਨਾਂ ਨੂੰ ਵਿਚਾਰ ਲੈਂਦੇ ਹਾਂ। ਇੱਕ ਜਦੋਂ ਮਨ ਨੂੰ ਵਿੱਚ ਸ਼ਬਦ ਦੇ ਹਾਜ਼ਰ ਕਰਦੇ ਹਾਂ ਤਾਂ ਮਨ ਦੀ ਦ੍ਰਿਸ਼ਟੀ ਤੋਂ ਸ਼ਬਦ ਦੇ ਕੀ ਅਰਥ ਨਿਕਲਦੇ ਨੇ ਉਹ ਦੂਸਰਾ ਭਾਵ ਹੋ ਗਿਆ ਸ਼ਬਦ ਦਾ। ਤਾਂ ਮਹਾਰਾਜ ਕਹਿ ਰਹੇ ਸੁਣਿਏ ਸਿੱਧ ਪੀਰ ਸੁਰਨਾਥ। ਇੱਕ ਇਹ ਭਾਵ ਬਣਦਾ ਹੈ ਕਿ ਸਿੱਧ ਪੀਰ ਜਿਹੜੇ ਪਹੁੰਚ ਗਏ, ਜਿਨ੍ਹਾਂ ਨੂੰ ਪੁੱਗ ਗਏ, ਜਿਨ੍ਹਾਂ ਨੇ ਜੀਵਨ ਨੂੰ ਜਾਣ ਲਿਆ। ਵੈਸੇ ਤਾਂ ਸਿੱਧ ਸ਼ਬਦ ਬਣਦਾ ਜਿਹਨੇ ਸਾਧ ਲਿਆ, ਮਨ ਨੂੰ ਸਾਧ ਲਿਆ। ਸਾਧ ਲਿਆ ਮਤਲਬ ਅਨਚੇਂਜਿੰਗ ਮਾਈਂਡ ਦੇ ਦਰਸ਼ਨ ਵਿੱਚ ਜੀਂਦਾ ਹੈ, ਉਨ ਮਨ ਦੀ ਅਵਸਥਾ ਜਾਣਦਾ ਹੈ। ਸੁਣਿਆ ਸਿੱਧ ਪੀਰ ਸੁਰ, ਦੇਵਤੇ ਵੀ ਨਾਥ ਵੀ। ਮਹਾਰਾਜ ਕਹਿੰਦੇ ਸਭ ਸੁਣਦੇ ਹਨ। ਇਹਦਾ ਭਾਵ ਇੱਥੇ ਭਾਵ ਇਹ ਬਣਦਾ ਹੈ ਇਹ ਸਭ ਹੁਕਮ ਵਿੱਚ ਹਨ। ਹੁਕਮ ਮੈਨੂੰ ਕਿਸੇ ਮੇਰੇ ਪਿਤਾ ਨੇ ਕੁਝ ਕਿਹਾ ਕਰਨ ਵਾਸਤੇ ਤਾਂ ਉਹਨੂੰ ਸੁਣਿਆ ਦੇ ਜ਼ਰੀਏ ਮੈਂ ਸੁਣਿਆ, ਪਰ ਉਹ ਹੈ ਕੀ, ਜਿਹੜਾ ਕਿਹਾ ਉਹਦਾ ਭਾਵ ਕੀ ਹੈ। ਇੱਕ ਆਰਡਰ ਦਿੱਤਾ ਮੈਨੂੰ, ਹੁਕਮ ਦੇ ਵਿੱਚ ਮੈਨੂੰ ਪ੍ਰਵੇਸ਼ ਕਰਾਤਾ। ਹੁਣ ਮੈਂ ਉਸ ਹੁਕਮ ਦੀ ਕਾਰ ਨੂੰ ਕਮਾਵਾਂਗਾ ਤਾਂ ਹੁਕਮ ਨੂੰ ਜਾਣ ਲਵਾਂਗਾ, ਉਸ ਹੁਕਮ ਦੀ ਕਾਰ ਨੂੰ ਨਹੀਂ ਕਮਾਵਾਂਗਾ ਤਾਂ ਹੁਕਮ ਨੂੰ ਨਹੀਂ ਜਾਣ ਪਾਵਾਂਗਾ। ਇਸੇ ਤਰ੍ਹਾਂ ਗੁਰੂ ਨੇ ਸਾਨੂੰ ਸ਼ਬਦ ਸੁਣਾਇਆ ਹੈ, ਜਾਂ ਜਿਵੇਂ ਮਹਾਰਾਜ ਸਾਨੂੰ ਦੱਸਦੇ ਹਨ ਕਿ ਸ਼ਬਦ ਸੁਣਾਏਗਾ। ਮੈਂ ਉਸ ਸ਼ਬਦ ਨੂੰ ਸੁਣ ਲੱਗ ਕੇ ਉਹਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਉਤਾਰ ਲਵਾਂ ਤਾਂ ਮੈਂ ਉਸ ਨੂੰ ਜਾਣ ਲਵਾਂਗਾ, ਤਾਂ ਮੈਂ ਹੁਕਮ ਨੂੰ ਜਾਣ ਲਵਾਂਗਾ, ਬੁੱਝ ਲਵਾਂਗਾ। ਦੱਸ ਨਹੀਂ ਪਾਵਾਂਗਾ ਪਰ ਜਾਣ ਲਵਾਂਗਾ। ਮਨ ਦੀ ਇਹੋ ਜਿਹੀ ਵੀ ਅਵਸਥਾ ਨੇ ਜਿੱਥੇ ਸੁਣਨ ਦੀ ਡਾਇਮੈਂਸ਼ਨ ਸੁਣਿਆ ਦੇ ਵਿੱਚ ਰਹਿੰਦੀ ਹੈ, ਟੂ ਲਿਸਨ। ਉਸ ਦੀ ਡਾਇਮੈਂਸ਼ਨ ਫਿਰ ਇਹ ਵੀ ਹੋ ਜਾਂਦੀ ਹੈ ਉਸ ਦੇ ਧਿਆਨ ਵਿੱਚ ਰਹਿਣਾ। ਮੇਰਾ ਨਿਰੰਕਾਰ ਗੁਰੂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਗੁਰੂ ਨੇ ਇਹਦਾ ਧਿਆਨ ਸ਼ਬਦ ਦੇ ਜ਼ਰੀਏ ਮੇਰੇ ਜੀਵਨ ਵਿੱਚ ਪ੍ਰਗਟ ਹੁੰਦਾ ਹੈ। ਔਰ ਅਗਰ ਮੈਂ ਸ਼ਬਦ ਦੇ ਧਿਆਨ ਵਿੱਚ ਰਹਿਣਾ ਹਾਂ ਤਾਂ ਜਿਹੜਾ ਸ਼ਬਦ ਰੂਪੀ ਹੁਕਮ ਹੈ ਉਹਦੇ ਦਰਸ਼ਨ ਵਿੱਚ ਮੈਂ ਰਹਿ ਰਹਾ, ਤਾਂ ਉਹਦੇ ਨਾਮ ਵੀ, ਐਸੇ ਸੁਣਨ ਦਾ ਮਤਲਬ ਨਾਮ ਵੀ ਹੋ ਜਾਂਦਾ ਹੈ। ਮੈਂ ਨਾਮ ਵਿੱਚ ਹਾਂ, ਨਾਮ ਦਾ ਅਭਿਆਸ ਕਰਦਾ ਹਾਂ, ਸੁਣ ਰਿਹਾ ਹਾਂ, ਨਾਮ ਦੇ ਦਰਸ਼ਨ ਕਰ ਰਿਹਾ ਹਾਂ, ਨਾਮ ਨੂੰ ਜਾਣ ਰਿਹਾ ਹਾਂ, ਤਾਂ ਮੈਂ ਸੁਣ ਰਿਹਾ ਹਾਂ। ਆਪ ਸਮਝ ਰਹੇ ਹੋ ਕਿ ਨਹੀਂ? ਮੈਨੂੰ ਨਾਮ ਦੇ ਅਭਿਆਸ ਕਰਦੇ ਹੋਏ ਇੱਕ ਭਾਵਨਾ, ਇੱਕ ਫੀਲਿੰਗ ਆਈ ਹੈ। ਮੇਰੇ ਕੰਨ ਸੁਣਦੇ ਹਨ ਪਰ ਨਾਮ ਮੇਰੇ ਮਨ ਵਿੱਚ ਹਾਜ਼ਰ ਹੋ ਰਿਹਾ ਹੈ, ਤਾਂ ਮਨ ਸੁਣ ਰਿਹਾ ਹੈ, ਚਾਹੇ ਉਹਦੀ ਆਵਾਜ਼ ਆ ਰਹੀ ਹੈ ਕਿ ਨਹੀਂ। ਆਪ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸੁਣਿਆ ਦੀ ਡਾਇਮੈਂਸ਼ਨ ਜ਼ਰੂਰੀ ਨਹੀਂ ਸੁਣਨਾ ਹੀ ਹੈ, ਨਾਮ ਦਾ ਧਿਆਨ ਸੁਣਨ ਦੀ ਵਿਧੀ ਹੈ। ਤਾਂ ਫਿਰ ਇਹ ਸ਼ਬਦ ਜਿਹੜਾ ਹੈ ਜਾਪ ਅਜੱਪਾ ਬਣ ਜਾਂਦਾ ਹੈ, ਜਿਹਦੇ ਵਿੱਚ ਕੋਈ ਆਵਾਜ਼ ਨਹੀਂ ਆ ਰਹੀ ਪਰ ਮਨ ਵਿੱਚ ਦਰਸ਼ਨ ਹਨ, ਮਨ ਦੇ ਵਿੱਚ ਇੱਕ ਜਾਪ ਚੱਲ ਰਿਹਾ ਹੈ। ਇਹ ਸੁਣਨਾ ਇੰਨਾ ਗਹਿਨ ਹੋ ਗਿਆ ਕਿ ਮਨ ਦੇ ਵਿੱਚ ਸਦਾ ਹਾਜ਼ਰ ਹੋ ਗਿਆ। ਹੁਣ ਮੈਂ ਕੁਝ ਕੰਮ ਕਰਾਂਗਾ ਵੀ ਤਾਂ ਵੀ ਇਹ ਸੁਣਨਾ ਅੰਦਰ ਚੱਲਦਾ ਰਹੇਗਾ। ਥੋੜਾ ਜਿਹਾ ਮਨ ਵੇਕੈਂਟ ਹੋਏਗਾ, ਸ਼ਬਦ ਵਿੱਚ ਚਲਾ ਜਾਏਗਾ। ਤਾਂ ਸ਼ਬਦ ਜਿਹੜਾ ਹੈ ਮੇਰੇ ਮਨ ਨੂੰ ਘੜੇਗਾ। ਘੜੀਏ ਸ਼ਬਦ ਸੱਚੀ ਟਕਸਾਲ। ਘੜੇਗਾ ਕੀ? ਝੂਠ ਮੇਰਾ ਉਤਰਦਾ ਜਾਏਗਾ, ਝੂਠ ਮੇਰਾ ਢਹਿੰਦਾ ਜਾਏਗਾ, ਸੱਤ ਦੇ ਨੇੜੇ ਮੇਰਾ ਮੁਖ ਜਾਂਦਾ ਜਾਏਗਾ। ਮੇਰਾ ਜੀਵਨ ਜਿਹੜਾ ਹੈ ਝੂਠ ਤੋਂ ਹਟਦਾ ਜਾਏਗਾ। ਮਹਾਰਾਜ ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼। ਇਹ ਸਭ ਚੀਜ਼ਾਂ ਹੁਕਮ ਵਿੱਚ ਨੇ ਆਉਂਦੀਆਂ, ਇਹ ਉਹਦੇ ਹੁਕਮ ਸੁਣ ਰਹੀਆਂ ਹਨ, ਉਹਦੇ ਸੁਣਨ ਵਿੱਚ ਹਨ, ਉਹਦੇ ਕਹਿਣ ਵਿੱਚ ਹਨ, ਉਹਦੇ ਆਰਡਰ ਵਿੱਚ ਹਨ।
ਇਸ ਭਾਵ ਵਿੱਚ ਸੁਣੇ ਦੀ ਡਾਇਮੈਂਸ਼ਨ ਵਿੱਚ ਸਾਰੀ એનર્ਜੀ ਸੁਣੇ ਵਿੱਚ ਆ ਜਾਂਦੀ ਹੈ। ਇਹ ਉਹਦਾ ਆਰਡਰ ਲੈ ਰਹੀ ਹਨ। ਗ੍ਰੈਵਿਟੇਸ਼ਨਲ एनर्जी ਧਰਤੀ, ਸੂਰਜ ਔਰ ਚੰਦ ਨੂੰ ਬੈਲੈਂਸ ਵਿੱਚ ਰੱਖਦੀ ਹੈ। ਇਹ ਸੁਣ ਰਹੀ ਹਨ, ਇਹ ਉਹਦੇ ਸੁਣਨ ਵਿੱਚ ਹਨ, ਇਹ ਉਹਦੇ ਹੁਕਮ ਵਿੱਚ ਹਨ। ਕੀ ਉਹਦਾ ਮੈਥਡ ਬਣਦਾ ਹੈ, ਕਿਸ ਕਾਰਨ ਕਰਕੇ ਹੁੰਦਾ ਹੈ, ਇਹਦੀ ਗੱਲ ਨਹੀਂ ਮੈਂ ਕਰ ਰਿਹਾ, ਉਹ ਹੋਰ ਡਾਇਮੈਂਸ਼ਨ ਹੈ, ਪਰ ਇਹ ਸਭ ਸੁਣਨ ਵਿੱਚ ਹਨ। ਇਸੇ ਤਰ੍ਹਾਂ ਪੂਰੀ ਸ੍ਰਿਸ਼ਟੀ ਸੁਣ ਰਹੀ ਹੈ, ਸੁਣੇ ਵਿੱਚ ਹੈ, ਸੁਣੇ ਵਿੱਚ ਸਭ ਕੁਝ ਹੈ। ਇਹ ਸੁਣੇ ਵਿੱਚ ਸੱਤ ਦੇ ਦਰਸ਼ਨ ਹਨ। ਮਹਾਰਾਜ ਇਸ ਕਰਕੇ ਸੁਣੇ ਦੇ ਹਾਜ਼ਰੀ ਵਿੱਚ ਕਾਲ ਨੂੰ ਵੀ ਫਤਿਹ ਕਰ ਜਾ ਰਹੇ ਹਨ। ਤਾਂ ਮਹਾਰਾਜ ਨੇ ਜਦੋਂ ਸੁਣਿਆ ਹੈ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਤ ਦੇ ਦਰਸ਼ਨ ਕਰਦੇ ਹਨ ਮਹਾਰਾਜ। ਤਾਂ ਮਹਾਰਾਜ ਨੂੰ ਜਦੋਂ ਬਾਣੀ ਆ ਰਹੀ ਹੈ, ਉਹ ਸੁਣ ਰਹੇ ਹਨ, ਤਾਂ ਸੱਤ ਦੁਨੀਆ ਵਿੱਚ ਪ੍ਰਗਟ ਹੋ ਰਿਹਾ ਹੈ। ਫਿਰ ਸਾਹਿਬ ਸਮਝਾਉਂਦੇ ਹਨ, ਸੁਣਿਆ ਦੀਪ ਲੋ ਪਾਤਾਲ। ਜਿਤਨੇ ਦੀਪ ਨੇ, ਪਾਤਾਲ ਹਨ, ਓਸ਼ਨਸ ਨੇ, ਜਿਤਨੀਆਂ ਧਰਤੀਆਂ ਨੇ, ਸਭ ਦੇ ਹੁਕਮ ਵਿੱਚ ਸੁਣ ਰਹੀਆਂ ਹਨ, ਉਹਦੇ ਸੁਣਨ ਵਿੱਚ ਹਨ। ਸੁਣਿਆ ਦੀਪ ਲੋ ਪਾਤਾਲ। ਆਪ ਨਾਲ ਮੈਂ ਇਸ ਸੁਣੇ ਦੀ ਪੌੜੀ ਦੀ ਇੱਕ ਡਾਇਮੈਂਸ਼ਨ ਦੀ ਗੱਲ ਕਰ ਰਿਹਾ ਹਾਂ। ਸ਼ਬਦ ਮਲਟੀ ਡਾਇਮੈਂਸ਼ਨਲ ਹੈ। ਮਨ ਦੀ ਹਜ਼ੂਰੀ ਵਿੱਚ ਇਹਦਾ ਕੀ ਅਕਸ ਹੈ, ਉਹ ਫਿਰ ਵਿਚਾਰ ਲਾਂਗੇ ਉਸ ਤੋਂ ਬਾਅਦ। ਤਾਂ ਮਹਾਰਾਜ ਕਹਿੰਦੇ ਹਨ, ਸੁਣੇ ਹੋ ਨਾ ਸਕੇ ਕਾਲ। ਕੀ ਗੱਲ ਹੈ ਮਹਾਰਾਜ? ਦੇਖੋ, ਇੱਕਦਮ ਇਹੋ ਜਿਹੇ ਦਰਸ਼ਨ ਦੇ ਦੇਣੇ ਜਿਹਦੇ ਵਿੱਚ ਸਾਨੂੰ ਕਾਲ ਦੀ ਫਤਿਹ ਦੀ ਗੱਲ ਹੋ ਜਾਂਦੀ ਹੈ। ਇਹ ਕੋਈ ਛੋਟੀ ਅਵਸਥਾ ਨਹੀਂ ਹੈ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਸਾਰੀ ਦੁਨੀਆ ਤਾਂ ਇਸ ਮਰਨ ਤੋਂ ਡਰਦੀ ਹੈ। ਮਹਾਰਾਜ ਕਹਿੰਦੇ ਨੇ, ਸੁਣੇਗਾ, ਸ਼ਬਦ ਨੂੰ ਪੂਰੇ ਧਿਆਨ ਵਿੱਚ ਸੁਣ ਲਿਆ, ਸ਼ਬਦ ਦੇ ਧਿਆਨ ਵਿੱਚ ਹੋ ਗਿਆ, ਸ਼ਬਦ ਦੇ ਰੂਪ ਵਿੱਚ ਹੋ ਗਿਆ, ਸੁਰਤ ਔਰ ਸ਼ਬਦ ਨੂੰ ਜਾਣ ਲਿਆ, ਕਾਲ ਫਤਿਹ ਹੋ ਗਿਆ। ਜਦ ਸੁਰਤ ਔਰ ਸ਼ਬਦ ਦੀ ਗੱਲ ਜਦੋਂ ਗੁਰੂ ਸਾਹਿਬ ਸਿੱਧ ਗੋਸ਼ਟ ਵਿੱਚ ਕਹਿ ਰਹੇ ਹਨ, ਉਹਦੇ ਚ ਕਾਲ ਹੈ ਨਹੀਂ, ਕਿਉਂਕਿ ਮੈਂ ਹੀ ਨਹੀਂ ਹਾਂ। ਪਵਨ ਆਰੰਭ ਸਤਿਗੁਰ ਮਤ ਵੇਲਾ, ਸਤਿਗੁਰ ਦੀ ਕਮਾਈ ਦਾ ਵੇਲਾ ਹੈ। ਸਤਿਗੁਰ ਮਤ ਵੇਲਾ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਇਹਦੇ ਚ ਤਾਂ ਮੈਂ ਹੈ ਹੀ ਨਹੀਂ। ਜਦ ਮੈਂ ਹੀ ਨਹੀਂ ਹਾਂ ਤਾਂ ਕੌਣ ਮਰੇਗਾ, ਕੌਣ ਜੀਏਗਾ? ਬੜੇ ਉੱਤਮ ਬ੍ਰਹਮ ਗਿਆਨ ਦੇ ਦਰਸ਼ਨ ਹਨ ਮਹਾਰਾਜ। ਇੱਥੇ ਜੀ ਕਰਦਾ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ, ਕਿਵੇਂ ਉਹ ਸਾਨੂੰ ਬਖਸ਼ਦੇ ਨੇ, ਕਿਵੇਂ ਆਪਣਾ ਪ੍ਰੇਮ ਬਖਸ਼ਦੇ, ਕਿਵੇਂ ਕੋਈ ਸਾਨੂੰ ਕਿਰਪਾ ਕਰਨ ਕਿ ਅਸੀਂ ਵੀ ਇਹ ਕਮਾਈ ਕਦੇ ਕਰ ਸਕੀਏ ਜੀਵਨ ਵਿੱਚ। ਕਿਉਂਕਿ ਅਗਰ ਇਹ ਸਾਰੀ ਸ਼ਬਦ ਦੀ ਵਿਚਾਰ ਅਸੀਂ ਆਪ ਬੈਠ ਕੇ ਕਰਦੇ ਹਾਂ, ਪਰ ਅਗਰ ਮੈਂ ਆਪਣੇ ਮਨ ਨੂੰ ਨਹੀਂ ਸੰਭਾਲਿਆ, ਮੈਂ ਮਨ ਨੂੰ ਨਹੀਂ ਬਦਲਿਆ, ਮਨ ਨੂੰ ਜਪਜੀ ਸਾਹਿਬ ਦਾ ਰੂਪ ਨਹੀਂ ਕਰ ਲਿਆ, ਤਾਂ ਫਿਰ ਉਹ ਅਵਸਥਾ ਮੇਰੇ ਤੋਂ ਜਲੀ ਰਹੇਗੀ, ਮੇਰੇ ਤੋਂ ਦੂਰ ਹੀ ਰਹੇਗੀ। ਆਪਣਾ ਆਪ ਤਾਂ ਤਿਆਗਣਾ ਪਏਗਾ, ਹੋਰ ਕੋਈ ਰਾਹ ਨਹੀਂ ਹੈ। ਮੇਰੇ ਤੋਂ ਨਹੀਂ ਤਿਆਗਿਆ ਜਾ ਰਿਹਾ। ਹੋ ਸਕਦਾ ਹੈ ਆਪ ਲਈ ਸੌਖਾ ਹੋਏ, ਪਰ ਗੁਰੂ ਕਿਰਪਾ ਕਰਨ, ਪ੍ਰੇਮ ਬਖਸ਼ ਦੇਣ ਜੀਵਨ ਵਿੱਚ, ਤਾਂ ਸਭ ਕੁਝ ਤਿਆਗਣਾ ਆਸਾਨ ਹੋ ਜਾਂਦਾ ਹੈ। ਭਾਵਨਾ ਅਗਰ ਆ ਜਾਂਦੀ ਹੈ ਕਿਸੇ ਦੇ ਜੀਵਨ ਵਿੱਚ, ਗੁਰੂ ਲਈ ਪ੍ਰੇਮ ਆ ਜਾਂਦਾ ਹੈ ਕਿਸੇ ਲਈ, ਤਾਂ ਅਥਰੂ ਹੀ ਮਨ ਨੂੰ ਸਾਫ਼ ਕਰ ਦਿੰਦੇ ਹਨ। ਫਿਰ ਮਨ ਨੂੰ ਉਹ ਸਭ ਕੁਝ ਚੰਗਾ ਲੱਗਣਾ ਹੀ ਨਹੀਂ ਜੋ ਮੈਨੂੰ ਬਜ਼ੁਰਗ ਸਮਝਾਉਂਦੇ ਸਨ। ਉਹ ਇੱਕ ਸ਼ਰਾਬੀ ਬੰਨਾ ਉਹਨਾਂ ਕੋਲ ਆਇਆ ਤੇ ਪਰਿਵਾਰ ਬੜਾ ਪਰੇਸ਼ਾਨ ਸੀ ਕਿ ਜੀ ਇਹ ਸ਼ਰਾਬ ਬੜੀ ਪੀਂਦਾ ਹੈ। ਤਾਂ ਉਹਨਾਂ ਨੇ ਗੱਲ ਪਿਆਰੀ ਕੀਤੀ, ਕਹਿੰਦੇ ਅਗਰ ਨਾਮ ਦੇ ਅਭਿਆਸ ਵਿੱਚ ਰਹੇਗਾ ਤੇ ਸ਼ਰਾਬ ਮਾੜੀ ਲੱਗਣੀ ਸ਼ੁਰੂ ਹੋ ਜਾਏਗੀ। ਮਨ ਤੋਂ ਹੀ, ਅੰਦਰੋਂ ਹੀ ਟ੍ਰਾਂਸਫਰਮੇਸ਼ਨ
from the mind, from the subconscious। ਇੱਕ ਚੇਂਜ ਇਸ ਤੋਂ ਜ਼ਿਆਦਾ ਕੀ ਚੇਂਜ ਹੈ। ਅਗਰ ਇਹ ਸਾਡੇ ਕੋਲ ਵਿਧੀ ਆ ਜੀ ਕਿ ਇੱਕ ਸ਼ਰਾਬੀ ਨੂੰ ਅਸੀਂ ਇਹੋ ਜਿਹਾ ਨਸ਼ਾ ਦੇ ਦਈਏ ਕਿ ਉਹਨੂੰ ਸ਼ਰਾਬ ਗੰਦੀ ਲੱਗਣੀ ਸ਼ੁਰੂ ਹੋ ਜੇ, ਕਿ ਉਹਨੂੰ ਤੁੱਛ ਲੱਗਣੀ ਸ਼ੁਰੂ ਹੋ ਜੇ, ਇਹੀ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਮਾੜੇ ਨੂੰ ਜਿੱਤਣ ਦਾ ਤਰੀਕਾ ਸਿਰਫ ਇਹੀ ਹੈ ਕਿ ਚੰਗੇ ਦਾ ਇਤਨਾ ਰਸ ਚੜ ਜੇ, ਇਤਨਾ ਪ੍ਰੇਮ ਚੜ ਜੇ ਕਿ ਮਾੜੇ ਦੀ ਕੋਈ ਵੈਲਿਊ ਹੀ ਨਾ ਰਹੇ, ਉਹਦੇ ਸਾਹਮਣੇ ਤੁੱਛ ਲੱਗਣੀ ਸ਼ੁਰੂ ਹੋ ਜੇ, ਉਹਦਾ ਰਸ ਭਾਏ ਨਾ। ਜਦੋਂ ਸਤ ਦੇ ਰਸ ਦੇ ਦਰਸ਼ਨ ਵਿੱਚ ਜੀਵਨ ਜੀਏ ਤਾਂ ਬਾਕੀ ਸਾਰੇ ਰਸ ਇਸ ਤਰ੍ਹਾਂ ਹੀ ਗਿਰ ਗਏ, ਕੁਝ ਕਰਨਾ ਨਹੀਂ ਪਿਆ, ਕਿਉਂਕਿ ਉਹਨਾਂ ਰਸਾਂ ਵਿੱਚ ਹੁਣ ਰੱਖਿਆ ਕੀ ਹੈ, ਇਹ ਭਾਵ ਮਨ ਵਿੱਚ ਆ ਗਿਆ। ਮਨ ਇੰਨਾ ਤ੍ਰਿਪਤ ਹੋ ਗਿਆ ਨਾਮ ਨਾਲ, ਮਨ ਇਤਨਾ ਭਰ ਗਿਆ ਪ੍ਰੇਮ ਨਾਲ ਕਿ ਉਹਨੂੰ ਹੋਰ ਰਸਾਂ ਦੀ ਲੋੜ ਵੀ ਨਹੀਂ ਪੈ। ਮਹਾਰਾਜ ਕਹਿ ਰਹੇ ਹਨ ਕਿ ਕਾਲ ਨਹੀਂ ਰਹੇਗਾ ਭਾਈ, ਅਗਰ ਮਨ, ਧਿਆਨ, ਸ਼ਬਦ, ਅਰਦਾਸ ਮਨ ਦੀ ਕਲਾ ਬਣ ਜਾਣ ਤਾਂ ਫਿਰ ਇਹ ਕਾਲ ਨਹੀਂ ਰਹੇਗਾ। ਕਾਰਨ ਕਿਉਂਕਿ ਮੈਂ ਹੀ ਨਹੀਂ ਰਵਾਂਗਾ ਤਾਂ ਕਾਲ ਕਿੱਥੋਂ ਆਉਣਾ। ਫਿਰ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸ ਇੱਕ ਥਾਏ। ਜਦੋਂ ਨਾਮ ਜਪੇਗਾ ਤਾਂ ਬਾਣੀ ਸਮਝਾਉਂਦੀ ਹੈ ਕਿ ਹਉਮੈ ਗਿਰ ਜਾਏਗੀ। ਜਦ ਮੈਂ ਹੀ ਗਿਰ ਗਿਆ ਤਾਂ ਕਾਲ ਕਿਸ ਨੂੰ ਲੈ ਕੇ ਜਾਏਗਾ। ਤਾਂ ਮਹਾਰਾਜ ਦੱਸਦੇ ਸਾਨੂੰ ਇਹ ਗੱਲ। ਦੇਖੋ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਨਾਲ ਬੈਠ ਕੇ ਵਿਚਾਰ ਕਰਨ ਚ ਕਿਤਨਾ ਮਹਾਰਾਜ ਆਨੰਦ ਬਖਸ਼ਦੇ ਹੈ। ਸਤ ਦੇ ਦਰਸ਼ਨ ਕਰਾ ਰਹੇ ਹਨ ਦੁਨੀਆ ਦੇ। ਇੱਕ ਇਹੋ ਜਿਹੀ ਉਡਾਰੀ ਬਖਸ਼ ਦਿੰਦੇ ਹੈ ਜਿਹਦੇ ਨਾਲ ਦੁਨੀਆ ਦੀ ਬਾਕੀ ਚੀਜ਼ਾਂ ਦੇ ਰਸ ਧਿਆਨ ਵਿੱਚ ਨਹੀਂ ਆਉਂਦੇ। ਫਿਰ ਮੇਰੇ ਵਰਗੇ ਪਾਪੀ ਬਥੇਰੇ ਫਿਰਦੇ ਦੁਨੀਆ, ਪਰ ਸ਼ਬਦ ਅਗਰ ਕਿਸੇ ਦੇ ਜੀਵਨ ਵਿੱਚ ਆ ਜਾਏ, ਸ਼ਬਦ ਦਾ ਪ੍ਰੇਮ ਜੀਵਨ ਵਿੱਚ ਉਤਰ ਜਾਏ ਤਾਂ ਉਹਦੇ ਵਿੱਚ ਪੋਟੈਂਸ਼ੀਅਲ ਬਹੁਤ ਡੂੰਘਾ ਹੈ, ਕਾਲ ਨੂੰ ਫਤਿਹ ਕਰ ਦੇਗਾ। ਮਹਾਰਾਜ ਫਿਰ ਦੱਸਦੇ ਹਨ ਭਗਤ ਕਦੋਂ ਬਣਦਾ ਹੈ ਇਨਸਾਨ, ਜਦੋਂ ਮੈਂ ਤਿਆਗ ਦਿੰਦਾ ਹੈ। ਜਦ ਤੱਕ ਮੈਂ ਵਿੱਚ ਰਹੇਗਾ ਭਗਤੀ ਨਹੀਂ ਹੋ ਸਕਦੀ। ਜਦੋਂ ਉਦੋਂ ਮੈਂ ਗਿਰ ਗਿਆ ਭਗਤ ਬਣ ਗਿਆ। ਫਿਰ ਉਹਦੇ ਨਾਲ ਸਾਹਿਬ ਸਾਨੂੰ ਦੱਸਦੇ ਹਨ ਸਦਾ ਰਹੇਗਾ। ਫਿਰ ਕਾਲ ਤੇ ਖਤਮ ਹੋ ਹੀ ਗਿਆ, ਨਾਲ ਸਦਾ ਵਿਕਾਸ ਵੀ ਰਹੇਗਾ। ਸਰੀਰ ਨਹੀਂ ਰਹੇਗਾ, ਵਿਕਾਸ ਰਹੇਗਾ। ਸਮਾਂ ਨਹੀਂ ਰਹੇਗਾ, ਇਹ ਦੁਨੀਆ ਨਹੀਂ ਰਹੇਗੀ, ਵਿਕਾਸ ਰਹੇਗਾ। ਇਹ ਵਿਸਰਾਮ ਹੈ ਜੀਵਨ ਦਾ। This is how we rest. This is the true rest of mind. ਇੱਕ ਮੋਹ ਔਰ ਮਾਇਆ ਦੋਨੋਂ ਤਿਆਗ ਦਿੰਦਾ, ਭਟਕਦਾ ਨਹੀਂ ਫਿਰ ਮਨ ਕਿਧਰੇ, ਕਿਉਂਕਿ ਇਨਕੰਪਲੀਟਨੈਸ ਮਨ ਨੂੰ ਭਟਕਾਉਂਦੀ ਹੈ। ਮੈਂ ਆਪਣੀ ਸਰਚ ਔਰ ਹੈਪੀਨੈਸ ਦੀ ਸਰਚ ਦੇ ਵਿੱਚ ਮੈਂ ਭਟਕਦਾ ਹਾਂ, ਕਈ ਕੁਝ ਕਰਦਾ ਹਾਂ ਕਿ ਸ਼ਾਇਦ ਇੱਥੇ ਮਿਲ ਜਾਏ, ਸ਼ਾਇਦ ਉੱਥੇ ਮਿਲ ਜਾਏ, ਔਰ ਉਹ ਸਾਰੇ ਇਨਕੰਪਲੀਟ ਥਾਟਸ ਮਨ ਵਿੱਚ ਰਹਿੰਦੇ ਹਨ। ਜੀਵਨ ਵਿੱਚ, ਨੇਚਰ ਵਿੱਚ ਅਗਰ ਕੋਈ ਚੀਜ਼ ਤੰਗ ਕਰਦੀ ਹੈ ਤਾਂ ਉਹ ਇਨਕੰਪਲੀਟ ਥਾਟ ਜ਼ਿਆਦਾ ਤੰਗ ਕਰਦੀ ਹੈ। ਮੈਨੂੰ ਇੱਕ ਮੀਟਿੰਗ ਤੇ ਜਾਣਾ ਹੈ, ਮੈਂ ਆਪਣੇ ਦਫ਼ਤਰ ਤੋਂ ਨਿਕਲਿਆ ਹਾਂ ਕਿ ਮੀਟਿੰਗ ਤੇ ਜਾਣਾ ਹੈ, ਰਸਤੇ ਵਿੱਚ ਕੋਈ ਵਿਘਨ ਪੈ ਗਿਆ, ਟ੍ਰੈਫਿਕ ਬਹੁਤ ਜ਼ਿਆਦਾ ਹੈ, ਹੁਣ ਮਨ ਬੜਾ ਪਰੇਸ਼ਾਨ ਹੋਏਗਾ ਕਿਉਂਕਿ ਮਨ ਵਿੱਚ ਥਾਟ ਪਹੁੰਚਣ ਦੀ ਹੈ ਔਰ ਵਿਘਨ ਪਹੁੰਚਣ ਨਹੀਂ ਦੇ ਰਹੇ। ਇਸ ਤਰ੍ਹਾਂ ਅਨੇਕ ਇਨਕੰਪਲੀਟਨੈਸ ਮਨ ਦੇ ਵਿੱਚ ਹਾਜ਼ਰ ਹਨ, ਉਹ ਸੰਸਕਾਰ ਮਨ ਦੇ ਵਿੱਚ ਰਹਿੰਦੇ ਹਨ। ਪਰ ਨਾਮ ਦੇ ਵਿੱਚ ਪੋਟੈਂਸ਼ੀਅਲ ਹੈ ਕਿ ਉਹ ਨਾਨਕ ਤ੍ਰਿਪਤ ਗਾਈ, ਉਹ ਤ੍ਰਿਪਤ ਕਰ ਦਿੰਦਾ ਹੈ, ਕੰਪਲੀਟ ਕਰ ਦਿੰਦਾ ਹੈ, ਇਨਕੰਪਲੀਟਨੈਸ ਸਭ ਖਤਮ ਕਰ ਦਿੰਦਾ ਹੈ। ਫਿਰ ਬਾਹਰ ਦੀ ਭਟਕਣ ਨਹੀਂ ਰਹਿੰਦੀ ਮਨ ਦੀ। ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਕਾਸ, ਸੁਣਿਐ ਦੁਖ ਪਾਪ ਕਾ ਨਾਸ। ਨਾ ਦੁੱਖ ਰਹੇਗਾ, ਨਾ ਪਾਪ ਰਹੇਗਾ। ਦੱਸੋ, ਇੰਨਾ ਸੁਰਤ ਦੇ ਗਿਆਨ ਵਿੱਚ ਇਤਨਾ ਕੁਛ ਹੈ।
ਸੁਰਤ ਦੀ ਹਜ਼ੂਰੀ ਵਿੱਚ ਰਹਿਣ ਕਰ ਵਿੱਚ ਇਤਨਾ ਕੁਛ ਹੈ। ਤਾਂ ਮੈਨੂੰ ਇਸ ਜੀਵਨ ਵਿੱਚ ਅਗਰ ਸੁਰਤ ਦਾ ਗਿਆਨ ਕਮਾਉਣਾ ਹੈ ਤਾਂ ਉਹਦੇ ਵਿੱਚ એનર્ਜੀ ਲਗਾਉਣੀ ਚਾਹੀਦੀ ਹੈ ਕਿ ਸੁਰਤ ਮੇਰੀ ਸ਼ਬਦ ਦੇ ਰਾਹੀਂ ਮੈਂ ਉਸ ਸੁਰਤ ਦੇ ਗਿਆਨ ਨੂੰ ਪ੍ਰਾਪਤ ਕਰ ਲਵਾਂ। ਹੁਣ ਮਨ ਦੀ ਡਾਇਮੈਂਸ਼ਨ ਵਿੱਚ ਕੀ ਦਰਸ਼ਨ ਨੇ, ਕਿਉਂਕਿ ਮਨ ਔਰ ਨਾਮ ਦੀ ਇਸ ਖੇਡ ਵਿੱਚ ਸਾਰੀ ਬਾਣੀ ਪ੍ਰਗਟ ਹੋਈ ਹੈ। ਤਾਂ ਫਿਰ ਸਿੱਧ ਜਿਹੜਾ ਹੈ ਉਹ ਮੇਰੀ ਮਨ ਦੀ ਅਵਸਥਾ ਹੈ। ਅਗਰ ਮੇਰਾ ਮਨ ਸੁਣੇ ਦੀ ਬਾਣੀ ਵਿੱਚ ਕਮਾਈ ਕਰ ਲਵੇਗਾ, ਸੁਰਤ ਦੇ ਗਿਆਨ ਵਿੱਚ ਹਾਜ਼ਰ ਹੋ ਜਾਏਗਾ, ਤਾਂ ਸਿੱਧ ਦੀ ਪੀਰ ਔਰ ਸੁਰ ਦੀ ਜਿਹੜਾ ਗਿਆਨ ਹੈ ਉਹ ਮੇਰੀ ਮਨ ਦੀ ਅਵਸਥਾ ਬਣ ਜਾਏਗੀ। ਸਾਧ ਲਏਗਾ ਮਨ ਨੂੰ, ਜੋ ਪੀਰਾਂ ਨੂੰ ਅਵਸਥਾ ਮਿਲਦੀ ਹੈ ਉਹ ਮਿਲ ਜਾਏਗੀ। ਇਹ ਜਿਹੜੀ ਮਨ ਦੀ ਧਰਤੀ ਹੈ ਇਹ ਆਕਾਸ਼ ਵੱਲ ਟੁਰ ਪਏਗੀ। ਆਸਮਾਨ ਮਿਆਨੇ ਲਹਿੰਗ ਦਰਿਆ, ਇਹ ਉੱਪਰ ਨੂੰ ਜਾਏਗੀ। ਉੱਪਰ ਨੂੰ ਮਤਲਬ ਭਾਵ ਕੀ ਹੈ ਕਿ ਇਹ ਆਨੰਦ ਵੱਲ ਜਾਏਗੀ। ਇਹਦਾ ਰਸਤਾ ਹੁਣ, ਇਹ ਧਰਤੀ ਹੁਣ ਡਾਮਾਡੋਲ ਨਹੀਂ ਹੋਏਗੀ, ਇਹ ਆਕਾਸ਼ ਦੇ ਵੱਲ, ਫਰੀडम ਦੇ ਵੱਲ, ਆਜ਼ਾਦੀ ਵੱਲ ਟੁਰ ਪਏਗੀ। ਜਿਹੜੇ ਮਨ ਦੇ ਵਿੱਚ ਰੋਗ ਨੇ, ਦੀਪ ਲੋ, ਜਿੱਥੇ ਹਨੇਰੇ ਹਨ, ਜਿੱਥੇ ਲਾਈਟ, ਉਹ ਸਭ ਹੀਲ ਹੋਣਗੇ। ਦੀਪ ਲੋ ਪਾਤਾਲ, ਸੁਣਿਐ ਪੋਹ ਨਾ ਸਕੇ ਕਾਲ। ਇਹ ਤਾਂ ਹੁਣ ਇਹਨਾਂ ਸਭ ਕੁਝ ਹੋਣ ਤੇ ਫਿਰ ਮਨ ਦੀ ਇਹ ਅਵਸਥਾ ਹੋ ਜਾਏਗੀ ਕਿ ਕਾਲ ਸਾਨੂੰ ਫਿਰ ਹੱਥ ਨਹੀਂ ਪਾ ਪਾਏਗਾ, ਸਾਨੂੰ ਕਾਲ ਨਹੀਂ, ਵਿਗਨ ਨਹੀਂ ਬਣ ਪਾਣਗੇ ਕਾਲ ਦੇ ਨਾਲ। ਔਰ ਸਦਾ ਵਿਕਾਸ ਮਨ ਦੀ ਅਵਸਥਾ, ਇੱਕ ਮਨ ਦੀ ਅਵਸਥਾ, ਉਸ ਨੂੰ ਮੈਂ ਜਾਣ ਲਵਾਂਗਾ ਜਿਹੜੇ ਮੇਰੇ ਅੰਤਰ ਵਿੱਚ ਹੈ, ਜਿਹਦੇ ਵਿੱਚ ਸਦਾ ਵਿਕਾਸ ਹੈ, ਸਦਾ ਆਨੰਦ ਹੈ, ਜੋ ਮਨ ਸਦਾ ਲਈ ਹੈ। ਮੈਂ ਨਹੀਂ ਹਾਂ, ਪਰ ਮਨ ਦੀ ਉਹ ਅਵਸਥਾ ਹੈ ਜਿੱਥੇ ਸਦਾ ਹੈ। ਸੁਣਿਐ ਦੁਖ ਪਾਪ ਕਾ ਨਾਸ, ਦੁੱਖ ਨਹੀਂ ਰਹਿਣਗੇ ਹੁਣ। ਮਨ ਦੇ ਵਿੱਚ ਜਿਹੜੀ ਦੁੱਖ ਦੀ ਅਵਸਥਾ ਸੀ ਉਹ ਆਨੰਦ ਦਾ ਰੂਪ ਲੈ ਲੇਗੀ, ਵਿਕਾਸ ਦਾ ਰੂਪ ਲੈ ਲੇਗੀ। ਜਦ ਮੈਂ ਹੀ ਨਹੀਂ ਹੋਵਾਂਗਾ ਤਾਂ ਪਾਪ ਕੀ ਹੋਏਗਾ ਫਿਰ। ਸੁਣਿਐ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਕਾਸ। ਸੁਣਿਐ ਦੁਖ ਪਾਪ ਕਾ ਨਾਸ। ਮਹਾਰਾਜ ਇਹ ਅੱਜ ਦੀ ਵਿਚਾਰ ਆਪ ਅੱਗੇ ਜਿਵੇਂ ਪ੍ਰੇਰਨਾ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਦੇਣਾ ਜੀ। ਆਪ ਚੋਂ ਕੋਈ ਕੁछ कहना चाहो, कुछ प्रश्न पूछना चाहो, मोस्ट वेलकम। वाहिगुरु जी।